सत श्री अकाल जी। आप सब जी का स्वागत है ਤੁਹਾਡੇ अपने यूट्यूब चैनल पॉजिटिव वाइब पंजाब ਦੇ ਉੱਤੇ। ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਵੱਲੋਂ ਪੋਸਟਾਂ ਆਉਣ ਜਾ ਰਹੀਆਂ ਤੁਹਾਡੇ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਦੀਆਂ ਤੇ ਜੇਲ੍ਹ ਵਾਰਡਨ ਦਾ ਆਲਰੇਡੀ ਫਾਰਮ ਵਗੈਰਾ ਭਰਿਆ ਜਾ ਚੁੱਕਿਆ ਤੇ ਇਹਦੇ ਰਿਗਾਰਡਿੰਗ ਆਪਾਂ ਇੱਥੇ ਕੰਪਿਊਟਰ ਦੀਆਂ ਕਲਾਸਾਂ ਸਟਾਰਟ ਕੀਤੀਆਂ ਬੇਟਾ, ਬਿਲਕੁਲ ਬਹੁਤ ਵਧੀਆ ਲੈਵਲ ਤੇ ਬਿਲਕੁਲ ਮਾਂ ਬੋਲੀ ਪੰਜਾਬੀ ਦੇ ਵਿੱਚ। ਅੱਜ ਤੁਹਾਡੇ ਸਾਹਮਣੇ ਆਪਾਂ ਲੈ ਕੇ ਆਏ ਹਾਂ ਕਲਾਸ ਨੰਬਰ 2। ਇਹਦੀ PDF ਤੁਹਾਨੂੰ ਟੈਲੀਗ੍ਰਾਮ ਤੇ ਮਿਲ ਜੂਗੀ। ਟੈਲੀਗ੍ਰਾਮ ਦਾ ਲਿੰਕ ਥੱਲੇ ਵੀਡੀਓ ਦੇ ਵਿੱਚ ਪਿਆ, ਤੁਸੀਂ ਜਾ ਕੇ ਉੱਥੇ ਜੁਆਇਨ ਕਰ ਸਕਦੇ ਹੋ। ਤੇ ਜਿਹੜੇ ਬੱਚੇ ਨਵੇਂ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਰੈੱਡ ਬਟਨ ਨੂੰ ਨੱਪ ਕੇ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਵੀ ਨੱਪ ਲਿਓ ਤਾਂ ਜੋ ਨਵੀਂ ਵੀਡੀਓ ਆਊਗੀ ਤੁਹਾਨੂੰ ਨੋਟੀਫਿਕੇਸ਼ਨ ਵਗੈਰਾ ਮਿਲ ਜਾ ਕਰੇ। ਤੇ ਲਾਈਕ ਵੀ ਜ਼ਰੂਰ ਕਰ ਦਿਓ, ਸ਼ੇਅਰ ਵੀ ਕਰ ਦਿਓ, ਠੀਕ ਹੈ। ਆਪਾਂ ਜਿਹੜਾ ਅੱਜ ਟੌਪਿਕ ਹੈ, ਕੱਲ ਵਾਲਾ ਟੌਪਿਕ ਆਪਾਂ ਜਿਹੜਾ ਪੜ੍ਹਿਆ ਸੀਗਾ ਜਿਹਦੇ ਵਿੱਚ ਆਪਾਂ ਮੈਮਰੀ ਬਾਰੇ ਪੜ੍ਹਿਆ ਸੀ, ਉਹਨੂੰ ਆਪਾਂ ਅੱਗੇ ਵਧਾ ਰਹੇ ਹਾਂ ਟੌਪਿਕ ਨੂੰ। ਤੇ ਉਹਦੇ ਤੋਂ ਆਪਾਂ ਕੀ ਪੜ੍ਹਿਆ ਸੀਗਾ, ਮੇਨ ਮੈਮਰੀ ਪੜ੍ਹੀ ਸੀਗੀ ਹਨਾ, ਰੈਮ ਤੇ ਰੋਮ ਪੜ੍ਹੀ ਸੀਗੀ। ਉਸ ਤੋਂ ਬਾਅਦ ਆਪਾਂ ਪੜ੍ਹਿਆ ਸੀਗਾ ਕਿ ਸੈਕੰਡਰੀ ਮੈਮਰੀ ਕਿਹੜੀ ਹੁੰਦੀ ਹੈ। ਤੇ ਅੱਜ ਆਪਾਂ ਸੈਕੰਡਰੀ ਮੈਮਰੀ ਦੇ ਵਿੱਚ ਪੜ੍ਹਦੇ ਹਾਂ। ਜਿਵੇਂ ਆਪਾਂ ਪ੍ਰਾਇਮਰੀ ਮੈਮਰੀ ਦੇ ਵਿੱਚ ਕੀ ਪੜ੍ਹਿਆ ਬੇਟਾ, ਰੈਮ ਤੇ ਰੋਮ ਪੜ੍ਹਿਆ, ਉਵੇਂ ਆਪਾਂ ਕੀ ਪੜਾਂਗੇ ਅੱਜ ਸੈਕੰਡਰੀ ਮੈਮਰੀ 'ਚ ਪੜਾਂਗੇ। ਸੈਕੰਡਰੀ ਮੈਮਰੀ ਕਿਹੜੀ ਹੁੰਦੀ ਆ ਜਾਂ ਉਹਨੂੰ ਸੈਕੰਡਰੀ ਸਟੋਰੇਜ ਕਹਿ ਦਿੰਦੇ ਆ। ਉਹ ਮੈਮਰੀ ਜਿਹੜੀ ਕਿ ਪਰਮਾਨੈਂਟ ਹੁੰਦੀ ਆ। ਜਿਵੇਂ ਹੁਣ ਆਪਣੇ ਮੋਬਾਈਲ ਦੇ ਵਿੱਚ ਕੀ ਹੈ, ਆਪਣੀਆਂ ਫੋਟੋਆਂ ਪਈਆਂ, ਆਪਣੇ ਸੌਂਗ ਵਗੈਰਾ ਪਏ ਆ, ਮੂਵੀਜ਼ ਵਗੈਰਾ ਪਈਆਂ, ਤਾਂ ਉਹ ਸਾਰੇ ਪਰਮਾਨੈਂਟ ਸਟੋਰ ਰਹਿੰਦੇ ਆ। ਉਹਨੂੰ ਕੀ ਕਹਿ ਦਿੰਦੇ ਆ ਬੇਟਾ, ਸੈਕੰਡਰੀ ਮੈਮਰੀ ਕਹਿ ਦਿੰਦੇ ਆ। ਹੁਣ ਕੰਪਿਊਟਰ ਦੇ ਵਿੱਚ ਜਿਹੜੀ ਸੈਕੰਡਰੀ ਮੈਮਰੀ ਮੰਨੀ ਜਾਂਦੀ ਹੈ ਉਹ ਕਿਹੜੀ ਮੰਨੀ ਜਾਂਦੀ ਹੈ, ਹਾਰਡ ਡਿਸਕ ਮੰਨੀ ਜਾਂਦੀ ਹੈ। ਹਾਰਡ ਡਿਸਕ ਦੇ ਵਿੱਚ ਕੀ ਹੁੰਦਾ ਬੇਟਾ, ਡਾਟਾ ਆਪਾਂ ਪਰਮਾਨੈਂਟ ਸਟੋਰ ਕਰ ਸਕਦੇ ਹਾਂ। ਮੰਨ ਲਓ ਆਪਾਂ ਕੰਪਿਊਟਰ ਨੂੰ ਬੰਦ ਕਰਤਾ, ਠੀਕ ਹੈ, ਜਾਂ ਆਪਣੀ ਲਾਈਟ ਚਲੀ ਗਈ ਤਾਂ ਵੀ ਉਹਦੇ ਵਿੱਚ ਕੀ ਹੈ, ਡਾਟਾ ਸਟੋਰ ਹੋ ਰਹੂਗਾ। ਜਿਹੜਾ ਡਾਟਾ ਆਪਾਂ ਸੇਵ ਕੀਤਾ ਹੋਇਆ ਉਹ ਪਰਮਾਨੈਂਟ ਸਟੋਰ ਰਹੂਗਾ, ਚਾਹੇ ਤੁਸੀਂ ਅੱਜ ਰੱਖ ਲਓ, ਚਾਹੇ ਮਹੀਨੇ ਬਾਅਦ ਖੋਲ ਲਓ, ਚਾਹੇ ਸਾਲ ਬਾਅਦ ਖੋਲ ਲਓ। ਉਹ ਕੀ ਹੈ, ਲੰਮੇ ਸਮੇਂ ਤੱਕ ਤੁਹਾਡੇ ਕੰਪਿਊਟਰ ਦੇ ਵਿੱਚ ਹੀ ਰਹੂਗਾ। ਤਾਂ ਉਹ ਕਿਹੜੀ ਮੈਮਰੀ ਹੁੰਦੀ ਹੈ, ਸੈਕੰਡਰੀ ਮੈਮਰੀ ਹੁੰਦੀ ਹੈ। ਤੇ ਸੈਕੰਡਰੀ ਮੈਮਰੀ ਦਾ ਦੂਸਰਾ ਨਾਮ ਕੀ ਹੈ, ਐਗਜ਼ਿਲਰੀ ਮੈਮਰੀ। ਬਹੁਤ ਇੰਪੋਰਟੈਂਟ ਚੀਜ਼ ਹੈ ਇਹ, ਤੁਹਾਨੂੰ ਪੇਪਰ 'ਚ ਪੁੱਛੀ ਜਾਊਗੀ ਵੀ ਐਗਜ਼ਿਲਰੀ ਮੈਮਰੀ ਕਿਹਨੂੰ ਕਹਿੰਦੇ ਆ। ਤਾਂ ਤੁਸੀਂ ਧਿਆਨ ਰੱਖਣਾ ਕਿ ਸੈਕੰਡਰੀ ਮੈਮਰੀ ਨੂੰ ਕੀ ਕਿਹਾ ਜਾਂਦਾ, ਐਗਜ਼ਿਲਰੀ ਮੈਮਰੀ ਕਿਹਾ ਜਾਂਦਾ ਹੈ, ਠੀਕ ਹੈ। ਤਾਂ ਇਸ ਤੋਂ ਇਲਾਵਾ ਇਹਨਾਂ ਦੇ ਹੋਰ ਨਾਮ ਵੀ ਹੈਗੇ ਆ। ਇਹਨੂੰ ਸੈਕੰਡਰੀ ਮੈਮਰੀ ਕਹਿੰਦੇ ਆ, ਐਕਸਟਰਨਲ ਮੈਮਰੀ ਵੀ ਕਹਿ ਦਿੰਦੇ ਆ, ਫਿਜ਼ੀਕਲ ਮੈਮਰੀ ਵੀ ਕਹਿ ਦਿੰਦੇ ਆ, ਠੀਕ ਹੈ। ਐਕਸਟਰਨਲ ਦਾ ਮਤਲਬ ਕੀ ਹੁੰਦਾ ਕਿ ਐਕਸਟਰਾ ਹੈ, ਆਪਣੇ ਕੋਲੇ ਐਕਸਟਰਾ ਮੈਮਰੀ ਜਿਹੜੀ ਕਿ ਆਪਣਾ ਡਾਟਾ ਸੇਵ ਕਰਨ ਵਾਸਤੇ ਵਰਤੀ ਜਾਂਦੀ ਹੈ। ਅੱਛਾ, ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਹਾਰਡ ਡਿਸਕ ਬਾਰੇ ਪੜ੍ਹਦੇ ਹਾਂ। ਤੇ ਹਾਰਡ ਡਿਸਕ ਦੇ ਵਿੱਚ ਕੀ ਹੁੰਦਾ ਹੈ ਵੀ ਤੁਹਾਨੂੰ ਮੈਂ ਕੱਲ ਵੀ ਫੋਟੋ ਦਿਖਾਈ ਸੀ ਹਾਰਡ ਡਿਸਕ ਦੀ। ਆਹ ਹਾਰਡ ਡਿਸਕ ਹੁੰਦੀ ਹੈ ਬੇਟਾ। ਹੁਣ ਤੁਹਾਨੂੰ ਮੈਂ ਦੱਸਦਾ ਜਿਹੜੀ ਸੈਕੰਡਰੀ ਮੈਮਰੀਜ਼ ਹੁੰਦੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ। ਪਹਿਲਾਂ ਇਹ ਧਿਆਨ ਵਿੱਚ ਸਮਝਣਾ ਬਹੁਤ ਜ਼ਰੂਰੀ ਆ, ਦੋ ਤਰ੍ਹਾਂ ਦੀਆਂ ਹੁੰਦੀਆਂ। ਪਹਿਲੀ ਹੁੰਦੀ ਹੈ ਮੈਗਨੈਟਿਕ। ਕੀ ਹੁੰਦੀ ਹੈ, ਮੈਗਨੈਟਿਕ, ਠੀਕ ਹੈ। ਦੂਜੀ ਹੁੰਦੀ ਹੈ ਆਪਟੀਕਲ। ਕੀ ਹੁੰਦੀ ਹੈ, ਆਪਟੀਕਲ, ਠੀਕ ਹੈ, ਆਪਟੀਕਲ। ਹੁਣ ਮੈਗਨੈਟਿਕ ਤੇ ਆਪਟੀਕਲ ਦਾ ਮਤਲਬ ਕੀ ਹੈ ਕਿ ਜਿਹੜੀ ਡਿਵਾਈਸ ਦੇ ਵਿੱਚ ਮੈਗਨੇਟ ਯੂਜ਼ ਹੁੰਦਾ ਹੈ ਉਹਨੂੰ ਕਹਿ ਦਿੰਦੇ ਆ ਮੈਗਨੈਟਿਕ। ਆਪਟੀਕਲ ਕਿਹੜੀ ਹੁੰਦੀ ਹੈ, ਜਿਹਦੇ ਵਿੱਚ ਲੇਜ਼ਰ ਯੂਜ਼ ਹੁੰਦੀ ਹੈ, ਜਿਹਦੇ ਵਿੱਚ ਲੇਜ਼ਰ ਲਾਈਟ ਜਾਂ ਲੇਜ਼ਰ ਬੀਮ ਯੂਜ਼ ਹੁੰਦੀ ਹੈ, ਉਹਨੂੰ ਆਪਟੀਕਲ ਕਹਿ ਦਿੰਦੇ ਆ, ਠੀਕ ਹੈ, ਆਪਟੀਕਲ ਕਹਿ ਦਿੰਦੇ ਆ। ਇਹ ਆਪਾਂ ਅੱਗੇ ਜਾ ਕੇ ਹੋਰ ਡਿਟੇਲ 'ਚ ਪੜ੍ਹਦੇ ਹਾਂ। ਪਹਿਲਾਂ ਆਪਾਂ ਗੱਲ ਕਰਦੇ ਹਾਂ, ਜੇ ਤੁਹਾਨੂੰ ਪੁੱਛੂਗਾ ਵੀ ਹਾਰਡ ਡਿਸਕ ਮੈਗਨੈਟਿਕ ਹੈ ਕਿ ਆਪਟੀਕਲ ਹੈ, ਤਾਂ ਤੁਸੀਂ ਆਨਸਰ ਲਾਉਣਾ ਇਹ ਕੀ ਹੈ, ਆਪਣੀ ਮੈਗਨੈਟਿਕ ਮੀਡੀਅਮ ਹੈ, ਠੀਕ ਹੈ। ਮੈਗਨੈਟਿਕ ਦਾ ਮਤਲਬ ਕੀ ਹੈ, ਜਦੋਂ ਤੁਹਾਨੂੰ ਮੈਂ ਅੱਗੇ ਜਾ ਕੇ ਇਹਦੀ ਇੱਕ ਡਾਇਗਰਾਮ ਦਿਖਾਊਂਗਾ ਆਹ ਵਾਲੀ, ਤਾਂ ਇਹਦੇ ਵਿੱਚ ਕੀ ਹੁੰਦਾ ਬੇਟਾ, ਇੱਕ ਚੁੰਬਕੀ ਕੀ ਹੁੰਦਾ ਮਟੀਰੀਅਲ ਹੁੰਦਾ, ਉਹਨੂੰ ਕਹਿ ਦਿੰਦੇ ਆ ਮੈਗਨੈਟਿਕ ਮਟੀਰੀਅਲ, ਠੀਕ ਹੈ। ਤਾਂ ਉਹ ਤੁਹਾਨੂੰ ਮੈਂ ਦਿਖਾਊਂਗਾ। ਫਿਲਹਾਲ ਆਪਾਂ ਪੜ੍ਹਦੇ ਹਾਂ। ਇਹ ਕੀ ਹੈ ਬੇਟਾ, ਇਹ ਪਰਮਾਨੈਂਟ ਮੈਮਰੀ ਦੀ ਇੱਕ ਕਿਸਮ ਹੈ ਜਿਹਨੂੰ ਆਪਾਂ ਸਥਾਈ ਮੈਮਰੀ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ। ਤੇ ਜਿਹੜੀ ਮੇਨ ਮੈਮਰੀ ਹੁੰਦੀ ਹੈ, ਮੇਨ ਮੈਮਰੀ ਕਿਹੜੀ, ਰੈਮ ਤੇ ਰੋਮ, ਉਹ ਕੀ ਉਹਦੇ ਵਿੱਚ ਸਪੇਸ ਘੱਟ ਹੁੰਦੀ ਹੈ ਤੇ ਹੌਲੀ, ਠੀਕ ਹੈ। ਸਪੇਸ ਘੱਟ ਹੋਣ ਕਰਕੇ ਆਪਾਂ ਕੀ ਯੂਜ਼ ਕਰਦੇ ਹਾਂ, ਸੈਕੰਡਰੀ ਮੈਮਰੀ ਯੂਜ਼ ਕਰਦੇ ਹਾਂ। ਬਾਕੀ ਜੇ ਆਪਾਂ ਗੱਲ ਕਰੀਏ ਵੀ ਰੈਮ ਰੋਮ ਦੇ ਨਾਲੋਂ ਇਹਦੀ ਸਪੀਡ ਵੱਧ ਆ ਕਿ ਘੱਟ ਹੈ ਹਾਰਡ ਡਿਸਕ ਦੀ, ਤਾਂ ਇਹਦੀ ਸਪੀਡ ਬੇਟਾ ਘੱਟ ਹੁੰਦੀ ਹੈ। ਇਹਦੀ ਸਪੀਡ ਘੱਟ ਹੁੰਦੀ, ਉਹਦਾ ਕਾਰਨ ਕੀ ਹੈ ਕਿ ਜਿਹੜੀਆਂ ਡਾਇਰੈਕਟ ਡੀਲ ਕਰਦੀਆਂ ਨੇ CPU ਦੇ ਵਿੱਚ ਉਹ ਹੈਗੀਆਂ ਮੈਮਰੀ ਕਿਹੜੀਆਂ ਨੇ, ਰੈਮ ਤੇ ਰੋਮ। ਇਹ ਡਾਇਰੈਕਟ ਮਾਈਕਰੋ ਪ੍ਰੋਸੈਸਰ ਨਾਲ ਡੀਲ ਕਰਦੀਆਂ। ਤੁਹਾਨੂੰ ਮੈਂ ਦੱਸਿਆ ਸੀ ਨਾ ਕੱਲ ਵੀ ਕੋਈ ਵੀ ਫੋਟੋ ਖੋਲਦੇ ਆ ਆਪਾਂ, ਕੋਈ ਸੌਂਗ ਲਗਾਉਣੇ ਆ, ਜੋ ਮਰਜ਼ੀ ਕਰਦੇ ਆ, ਉਹ ਕਿੱਥੇ ਲੱਗੂਗਾ, ਰੈਮ ਦੇ ਵਿੱਚ ਜਾ ਕੇ ਲੱਗੂਗਾ, ਮੇਨ ਮੈਮਰੀ 'ਚ ਜਾ ਕੇ ਲੱਗੂਗਾ। ਤਾਂ ਜਿਹੜੀ ਸੈਕੰਡਰੀ ਮੈਮਰੀ ਹੁੰਦੀ ਹੈ ਐਕਸਟਰਾ ਹੁੰਦੀ ਹੈ, ਤਾਂ ਇਹਦੀ ਜਿਹੜੀ ਹੁੰਦੀ ਹੈ ਰਫ਼ਤਾਰ ਹੁੰਦੀ ਹੈ ਉਹ ਕੀ ਹੁੰਦੀ ਹੈ, ਘੱਟ ਹੁੰਦੀ ਹੈ, ਠੀਕ ਹੈ, ਘੱਟ ਰਫ਼ਤਾਰ ਹੁੰਦੀ ਹੈ।
ਦੂਸਰਾ ਕੀ ਹੈ, ਇਹ ਪੱਕੇ ਤੌਰ ਤੇ ਕੀ ਕਰਦੀਆਂ ਨੇ, ਸਟੋਰ ਕਰਦੀਆਂ ਡਾਟਾ, ਠੀਕ ਹੈ। ਤੇ ਜਿਹੜਾ CPU ਹੁੰਦਾ ਬੇਟਾ ਇਹਨਾਂ ਨੂੰ ਸਿੱਧੇ ਤੌਰ ਤੇ ਵਰਤ ਨਹੀਂ ਸਕਦਾ। ਤਾਂ ਤੁਹਾਨੂੰ ਮੈਂ ਦੱਸ ਕੇ ਹਟਿਆ ਸਿੱਧੇ ਤੌਰ ਤੇ ਕਿਹੜੀਆਂ ਵਰਤੀਆਂ ਜਾਣਗੀਆਂ, ਮੇਨ ਮੈਮਰੀਜ਼ ਜਿਹੜੀਆਂ ਰੈਮ ਤੇ ਰੋਮ ਹੈ, ਤਾਂ ਸਿੱਧੇ ਤੌਰ ਤੇ ਨਹੀਂ ਵਰਤ ਸਕਦੇ। ਕਹਿਣ ਦਾ ਭਾਵ ਹੁੰਦੀ ਤਾਂ ਇਹ ਵੀ CPU ਦੇ ਵਿੱਚ ਹੀ ਹੈ, ਮਤਲਬ ਕਹਿਣ ਦਾ ਭਾਵ ਕੀ ਹੈ ਕਿ ਮੰਨ ਲਓ ਆ ਰੈਮ ਹੈ ਤੇ ਆ ਹਾਰਡ ਡਿਸਕ ਹੈ, ਤਾਂ ਇਹ ਡਾਇਰੈਕਟਲੀ ਕਨੈਕਟਡ ਹੁੰਦੀ ਹੈ, ਇਹ ਇਨਡਾਇਰੈਕਟਲੀ ਹੁੰਦੀ ਹੈ। ਮਤਲਬ ਡਾਟਾ ਪਹਿਲਾਂ ਕੀ ਆਊਗਾ, ਇੱਥੋਂ ਚੱਕ ਕੇ ਕੀ ਕਿੱਥੇ ਆਊਗਾ, ਰੈਮ ਦੇ ਵਿੱਚ ਆਊਗਾ, ਰੈਮ ਤੋਂ ਬਾਅਦ ਪ੍ਰੋਸੈਸਰ ਕੋਲੇ ਜਾਊਗਾ। ਕਹਿਣ ਦਾ ਭਾਵ ਕਿ ਵਿੱਚ ਵਿਚਾਲੇ ਇੱਕ ਬੰਦਾ ਹੈ, ਮੰਨ ਲਓ ਇਹਨੇ ਕੋਈ ਚੀਜ਼, ਮੰਨ ਲਓ ਆ A ਬੰਦਾ ਹੈ, ਆ B ਬੰਦਾ ਹੈ, ਆ C ਬੰਦਾ ਹੈ, A ਨੇ C ਨੂੰ ਚੀਜ਼ ਦੇਣੀ ਹੈ ਜਾਂ C ਨੇ A ਨੂੰ ਕੋਈ ਚੀਜ਼ ਦੇਣੀ ਹੈ, ਉਹ ਡਾਇਰੈਕਟ ਨਹੀਂ ਦੇ ਸਕਦਾ, ਉਹ B ਦੇ ਥਰੂ ਦਊਗਾ, ਪਹਿਲਾਂ ਇਹਨੂੰ ਫੜਾਊਗਾ, ਇਹ ਅੱਗੇ ਫੜਾਊਗਾ, ਠੀਕ ਹੈ। ਤਾਂ ਕਹਿਣ ਦਾ ਭਾਵ ਕਿ ਵਿੱਚ ਵਿਚਾਲੇ ਇੱਕ ਕੀ ਹੈ, ਇੱਕ ਬੰਦਾ ਹੋਰ ਖੜਾ ਹੈ, ਤਾਂ ਕਰਕੇ ਕੀ ਹੈ ਇਹ ਡਾਇਰੈਕਟ ਨਹੀਂ ਦੇ ਸਕਦੀਆਂ, ਤਾਂ ਹੀ ਇਹਨਾਂ ਦੀ ਸਪੀਡ ਕੀ ਹੁੰਦੀ ਹੈ, ਘੱਟ ਹੁੰਦੀ ਹੈ ਮੇਨ ਮੈਮਰੀ ਦੇ ਨਾਲੋਂ, ਠੀਕ ਹੈ। ਦਿਮਾਗ 'ਚ ਬਸ ਇੱਕ ਗੱਲ ਬਿਠਾ ਲੈਣੀ ਹੈ, ਇਹਨਾਂ ਦੀ ਸਪੀਡ ਘੱਟ ਹੁੰਦੀ ਹੈ ਮੇਨ ਮੈਮਰੀ ਦੇ ਨਾਲੋਂ, ਕਿਉਂਕਿ ਇਹ ਸਿੱਧੇ ਤੌਰ ਤੇ ਕਨੈਕਟਡ ਨਹੀਂ ਹੁੰਦੀਆਂ, ਕਿਹਦੇ ਨਾਲ, CPU ਦੇ ਨਾਲ। ਇਸ ਤੋਂ ਇਲਾਵਾ ਹੁਣ ਤੁਹਾਨੂੰ ਮੈਂ ਦੱਸਦਾ, ਦੇਖੋ ਆਵੇ ਅਗਲੀ ਲਾਈਨ ਕੀ ਲਿਖੀ ਹੈ, ਕਹਿੰਦਾ ਵੀ ਜਿਹੜਾ ਸੈਕੰਡਰੀ ਮੈਮਰੀ ਵਿਚਾਲੇ ਡਾਟਾ ਹੁੰਦਾ ਪਹਿਲਾਂ ਮੇਨ ਮੈਮਰੀ 'ਚ ਭੇਜਿਆ ਜਾਂਦਾ ਹੈ। ਤਾਂ ਤੁਹਾਨੂੰ ਮੈਂ ਦੱਸਿਆ ਵੀ ਮੰਨ ਲਓ ਇੱਥੇ ਕੋਈ ਡਾਟਾ ਪਿਆ, ਉਹ ਪਹਿਲਾਂ ਕਿੱਥੇ ਜਾਊਗਾ, ਰੈਮ ਦੇ ਵਿੱਚ ਜਾਊਗਾ, ਫਿਰ ਮਾਈਕਰੋ ਪ੍ਰੋਸੈਸਰ ਯੂਜ਼ ਕਰੂਗਾ ਇਹਨੂੰ। ਤਾਂ ਕਹਿਣ ਦਾ ਭਾਵ ਵਿੱਚ ਵਿਚਾਲੇ ਕੀ ਹੈ, ਵਿਚੋਲਾ ਹੈ, ਡਾਇਰੈਕਟ ਉਹ ਗੱਲਬਾਤ ਨਹੀਂ ਕਰ ਸਕਦੇ, ਠੀਕ ਹੈ ਜੀ। ਐਂ ਕਹਿ ਲਓ ਭਾਈ ਲਵ ਮੈਰਿਜ ਨਹੀਂ ਹੈਗੀ, ਅਰੇਂਜ ਮੈਰਿਜ ਹੈ, ਡਾਇਰੈਕਟ ਗੱਲ ਨਹੀਂ ਕਰ ਸਕਦਾ। ਵੀ ਮੰਨ ਲਓ A ਤੇ C ਦੀ ਮੈਰਿਜ ਹੋਣੀ ਹੈ, ਡਾਇਰੈਕਟ ਨਹੀਂ ਗੱਲ ਕਰ ਰਹੇ, ਵਿੱਚ ਵਿਚਾਲੇ ਵਿਚੋਲਾ ਪਾ ਲਿਆ। ਹੁਣ ਤਾਂ ਯਾਦ ਰਹੂਗਾ, ਹੁਣ ਨਹੀਂ ਭੁੱਲ ਸਕਦੇ, ਠੀਕ ਹੈ। ਇਦੋਂ ਦੇਸੀ ਮੈਂ ਕੋਈ ਵੀ ਐਗਜ਼ਾਮਪਲ ਨਹੀਂ ਦੇ ਸਕਦਾ ਪੰਜਾਬ ਪੁਲਿਸ ਵਾਲਿਓ, ਠੀਕ ਹੈ। ਚਲੋ ਅੱਗੇ ਗੱਲ ਕਰਦੇ ਹੁਣ ਆਪਾਂ ਇਹਦੇ ਬਾਰੇ। ਸਭ ਤੋਂ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈਗੀ ਆ ਬੇਟਾ, ਇਹਦੇ ਵਿੱਚ ਕੀ ਆ, ਇੱਕ ਮਟੀਰੀਅਲ ਯੂਜ਼ ਹੁੰਦਾ ਜਿਹਨੂੰ ਕਹਿ ਦਿੰਦੇ ਆ ਮੈਟਲ ਆਕਸਾਈਡ ਮਟੀਰੀਅਲ, ਠੀਕ ਹੈ। ਮੈਟਲ ਆਕਸਾਈਡ ਮਟੀਰੀਅਲ ਦੇ ਕਾਹਦਾ ਬਣਿਆ ਹੁੰਦਾ, ਉਹ ਮੈਗਨੈਟਿਕ ਮੀਡੀਅਮ ਦਾ ਬਣਿਆ ਹੁੰਦਾ। ਬਸ ਇੱਥੇ ਯਾਦ ਰੱਖਣਾ ਵੀ ਜਿੱਥੇ ਵੀ ਤੁਹਾਨੂੰ ਆ ਦਿਖ ਗਈ ਪਲੇਟ ਦਿਖ ਗਈ ਹਨਾ ਇਦਾਂ ਦੀ, ਤਾਂ ਇਹਨੂੰ ਕਹਿ ਦਿੰਦੇ ਆ ਚੁੰਬਕੀ ਮਟੀਰੀਅਲ ਕਹਿ ਦਿੰਦੇ ਆ, ਜਾਂ ਮੈਗਨੈਟਿਕ ਮਟੀਰੀਅਲ ਕਹਿ ਦਿੰਦੇ ਆ। ਤਾਂ ਇਹ ਮੈਗਨੈਟਿਕ ਹੁੰਦੀ ਹੈ, ਤਾਂ ਇਹਨੂੰ ਯਾਦ ਰੱਖਣਾ, ਹੋਰ ਜ਼ਿਆਦਾ ਦੇ ਚੱਕਰਾਂ 'ਚ ਪੈਣ ਦੀ ਜ਼ਰੂਰਤ ਨਹੀਂ ਹੈਗੀ। ਇਸ ਤੋਂ ਇਲਾਵਾ ਇਹ ਪੁੱਛਿਆ ਜਾਂਦਾ ਵੀ ਇਹਦੀ ਕਪੈਸਿਟੀ ਕਿੰਨੀ ਹੁੰਦੀ ਹੈ, ਤਾਂ ਤੁਹਾਨੂੰ ਮੈਂ ਕੱਲ ਦੱਸਿਆ ਸੀ ਕਿ ਜਿਹੜੀ ਰੈਮ ਦੀ ਕਪੈਸਿਟੀ ਹੁੰਦੀ ਹੈ ਬੇਟਾ, ਉਹ 2 GB ਵੀ ਹੋ ਸਕਦੀ ਹੈ, 2 GB ਤੋਂ ਲੈ ਕੇ 4 GB ਜਾਂ ਵੱਧ ਤੋਂ ਵੱਧ ਅੱਜ ਕੱਲ੍ਹ 7 ਜਾਂ 8 GB ਹੈ, ਇਸ ਤੋਂ ਜ਼ਿਆਦਾ ਨਹੀਂ ਹੈਗੀ। ਪਰ ਜਿਹੜੀ ਇਹ ਹੁੰਦੀ ਹੈ ਹਾਰਡ ਡਿਸਕ, ਇਹ 120 GB ਵੀ ਹੁੰਦੀ ਹੈ, 500 GB ਵੀ ਹੁੰਦੀ ਹੈ, ਅੱਜ ਕੱਲ੍ਹ ਤਾਂ 1 TB ਆਉਣ ਲੱਗ ਗਈ। ਹੁਣ ਤੁਸੀਂ ਕਹੋਗੇ ਸਾਰੇ 1 TB ਕੀ ਹੁੰਦਾ ਹੈ, 1 GB ਕੀ ਹੁੰਦਾ ਹੈ, ਤਾਂ ਇਹ ਵੀ ਆਪਾਂ ਕਰਵਾਵਾਂਗੇ ਕੱਲ ਵਾਲੀ ਵੀਡੀਓ ਦੇ ਵਿੱਚ। ਇਹ ਰਾਜੇ ਮੈਮਰੀ ਦੇ ਯੂਨਿਟ ਹੁੰਦੇ ਆ, ਵੀ ਮੈਮਰੀ ਨੂੰ ਆਪਾਂ ਕਿਵੇਂ ਮਤਲਬ ਕਿ ਮਾਪਦੇ ਆ, ਠੀਕ ਹੈ, ਕਿੰਨੀ ਮੈਮਰੀ ਹੈ, ਤਾਂ ਉਹਦੇ ਵਾਸਤੇ ਹੁੰਦਾ ਹੈ। ਤਾਂ ਫਿਲਹਾਲ ਯਾਦ ਰੱਖ ਲਿਓ ਇਹਦੇ ਵਿੱਚ 500 GB ਹੁੰਦਾ ਹੈ, 1 TB ਵੀ ਹੋ ਸਕਦਾ। ਕਹਿਣ ਦਾ ਭਾਵ ਕਿ ਇਹ ਲਾਰਜ ਮੈਮਰੀ ਹੁੰਦੀ ਹੈ, ਲਾਰਜ ਸਟੋਰੇਜ ਹੁੰਦੀ ਹੈ ਕੰਪਿਊਟਰ ਦੇ ਵਿੱਚ। ਓਕੇ ਜੀ, ਹੁਣ ਤਾਂ ਨਹੀਂ ਭੁੱਲਦੇ ਹਾਰਡ ਡਿਸਕ ਬਾਰੇ। ਅੱਛਾ, ਅੱਜ ਕੱਲ ਥੋੜਾ ਜਿਹਾ ਕੀ ਹੋ ਗਿਆ, ਐਡਵਾਂਸ ਸਿਸਟਮ ਹੋ ਗਿਆ, ਇੱਕ ਹਾਰਡ ਡਿਸਕ ਹੋਰ ਆਉਣ ਲੱਗ ਗਈ ਜਿਹਨੂੰ ਕਹਿ ਦਿੰਦੇ ਆ ਐਕਸਟਰਨਲ ਹਾਰਡ ਡਿਸਕ ਡਰਾਈਵ। ਅੱਛਾ, ਇੱਕ ਗੱਲ ਹੋ ਤੁਹਾਨੂੰ ਮੈਂ ਦੱਸਣੀ ਹੈ, ਇੱਕ ਕੁਐਸਚਨ ਆਉਂਦਾ ਹੁੰਦਾ, ਉਹ ਕਹਿ ਦਿੰਦੇ ਆ ਵੀ HDD ਤੋਂ ਕੀ ਭਾਵ ਹੈ। ਤਾਂ ਬੇਟਾ HDD ਦਾ ਮਤਲਬ ਕੀ ਹੈ, ਹਾਰਡ ਡਿਸਕ ਡਰਾਈਵ, ਠੀਕ ਹੈ ਜੀ। ਤਾਂ ਇਹਨੂੰ ਹੀ ਕਹਿੰਦੇ ਆ ਭਾਈ HDD, ਹਾਰਡ ਡਿਸਕ ਡਰਾਈਵ। ਇੱਥੋਂ ਕੁਐਸਚਨ ਆ ਜਾਂਦਾ ਬਹੁਤ ਵਾਰ। ਤਾਂ ਦੇਖੋ ਬੱਚਿਆਂ ਨੂੰ ਪਤਾ ਕੀ ਹੁੰਦਾ, ਪਤਾ ਹੁੰਦਾ, ਪਰ ਇਹ ਨਹੀਂ ਪਤਾ ਹੁੰਦਾ ਵੀ ਕੁਐਸਚਨ ਕਿਵੇਂ ਬਣੂਗਾ। ਤੇ ਆਪਾਂ ਇੱਥੇ ਸਮਾਰਟ ਵਰਕ ਕਰਨਾ, ਆਪਾਂ ਕੀ ਕਰਨਾ, ਥਿਊਰੀ ਵੀ ਕਰਨੀ ਆ ਪਲੱਸ MCQ ਵੀ ਕਰਨੇ ਆ। ਤੇ ਬਾਈ ਜੇ ਤੁਸੀਂ ਮੇਰੇ ਨਾਲ ਜੁੜੇ ਰਹੋਗੇ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ, ਜੇ 10 ਨੰਬਰ ਦਾ ਕੰਪਿਊਟਰ ਹੈ ਤਾਂ ਤੁਹਾਡੇ 10/10 ਆਉਣਗੇ, ਗਰੰਟੀ, ਠੀਕ ਹੈ। ਤੁਹਾਨੂੰ ਅੱਜ ਦੇ ਟਾਈਮ 'ਚ ਗਰੰਟੀਆਂ ਬਥੇਰੀਆਂ ਦੇ ਦਿੰਦੇ ਆ ਲੋਕ, ਪਰ ਰਿਕਾਰਡ ਬੋਲਦੇ, ਤੁਸੀਂ ਜਾ ਕੇ ਚੈੱਕ ਕਰ ਲਿਓ। ਜੇਲ੍ਹ ਸੁਪਰਡੈਂਟ ਦਾ ਪੇਪਰ ਹੋਇਆ ਸੀ, ਸਾਰਾ ਕੰਪਿਊਟਰ ਆਪਣੇ ਚੈਨਲ ਤੋਂ ਆਇਆ ਵਿਦ ਪ੍ਰੂਫ। ਮੈਂ ਸਕਰੀਨਸ਼ਾਟ ਲਾਏ ਆ, ਪੇਪਰ ਤੋਂ ਬਾਅਦ ਸਕਰੀਨਸ਼ਾਟ ਲਾਏ ਆ, ਠੀਕ ਹੈ। ਪਹਿਲਾਂ ਤਾਂ ਸਾਰੇ ਕਹਿ ਦਿੰਦੇ ਆ ਸਾਡੇ ਕਿਰਾਇਆਂ 'ਚੋਂ ਆਉਂਦਾ, ਤਾਂ ਰਾਈਟ ਹੈ। ਤਾਂ ਆਪਾਂ ਹੁਣ ਅੱਗੇ ਵਧਦੇ ਹਾਂ। ਅਗਲੀ ਕਿਹੜੀ ਹੈ, ਐਕਸਟਰਨਲ ਹਾਰਡ ਡਿਸਕ ਡਰਾਈਵ। ਐਕਸਟਰਨਲ ਦਾ ਮਤਲਬ ਕੀ ਹੈ ਕਿ ਜਿਹੜੀ ਆਹ ਵਾਲੀ ਹੈਗੀ ਹੈ, ਇਹ ਕੀ ਹੁੰਦੀ ਹੈ, ਇਹ ਕੰਪਿਊਟਰ ਦੇ ਵਿੱਚ ਫਿਕਸ ਹੁੰਦੀ ਹੈ, ਇਹਨੂੰ ਆਪਾਂ ਬਾਹਰ ਨਹੀਂ ਕੱਢ ਸਕਦੇ, ਠੀਕ ਹੈ। ਬਾਹਰ ਉਦੋਂ ਕੱਢਾਂਗੇ ਜਦੋਂ ਕੋਈ ਖਰਾਬ ਵਗੈਰਾ ਹੋਗੀ ਜਾਂ ਆਪਾਂ ਚੇਂਜ ਕਰਨੀ ਆ, ਅਦਰਵਾਈਜ਼ ਆਪਾਂ ਇਹਨੂੰ ਬਾਹਰ ਨਹੀਂ ਕੱਢ ਸਕਦੇ, ਠੀਕ ਹੈ। ਇਹ ਫਿਕਸ ਹੁੰਦੀ ਹੈ, ਇਹ ਵੀ ਪੁਆਇੰਟ ਤੁਸੀਂ ਨੋਟ ਕਰ ਲੈਣਾ, ਨਾਲ ਕਾਪੀ ਰੱਖ ਲਿਆ ਕਰੋ, ਪੁਆਇੰਟ ਨੋਟ ਕਰ ਲਿਆ ਕਰੋ। ਅੱਛਾ, ਐਕਸਟਰਨਲ ਜਿਹੜੀ ਹੈਗੀ ਹੈ ਬੇਟਾ, ਜਿਹੜੀ ਤੁਹਾਨੂੰ ਮੈਂ ਕੱਲ ਡਾਇਗਰਾਮ ਦਿਖਾਈ ਸੀਗੀ, ਇਹ ਕੀ ਹੋਗੀ, ਇਹ ਐਕਸਟਰਾ ਹੈ। ਮੰਨ ਲਓ ਕਿ ਕਈ ਵਾਰੀ ਬੰਦਾ ਦਾ ਮੰਨ ਲਓ ਕੋਈ ਬਿਜ਼ਨਸ ਹੈ ਜਾਂ ਬੰਦਾ ਕੀ ਹੈ ਟਰੈਵਲ ਕਰਦਾ, ਉਹਦੇ ਵੱਖਰੇ ਵੱਖਰੇ ਦਫ਼ਤਰ ਨੇ, ਇੱਕ ਸ਼ਹਿਰ ਦੇ ਵਿੱਚ ਦੂਜੇ ਦੇ ਸ਼ਹਿਰ ਦੇ ਵਿੱਚ ਜਾਣਾ, ਤਾਂ ਉਹ ਆਪਦਾ ਇੰਪੋਰਟੈਂਟ ਡਾਟਾ ਕੀ ਕਰ ਸਕਦਾ ਹੈ, ਇਹਦੇ ਵਿੱਚ ਪਾ ਸਕਦਾ ਹੈ, ਕਿਹਦੇ ਵਿੱਚ, ਐਕਸਟਰਨਲ ਹਾਰਡ ਡਿਸਕ ਡਰਾਈਵ। ਤੇ ਇਹਦੇ ਨਾਲ ਕੀ ਹੁੰਦੀ ਹੈ, ਇੱਕ USB ਕੇਬਲ ਮਿਲਦੀ ਹੈ,
ਆਪਾਂ ਕਿਸੇ ਵੀ ਮੋਬਾਈਲ ਦੇ ਨਾਲ ਕਿਸੇ ਵੀ ਲੈਪਟਾਪ ਦੇ ਨਾਲ ਇਹਨੂੰ ਕੀ ਕਰ ਸਕਦੇ ਆ, ਅਟੈਚ ਕਰ ਸਕਦੇ ਆ। ਤਾਂ ਇਹਨੂੰ ਕਹਿ ਦਿੰਦੇ ਆ ਬੇਟਾ ਐਕਸਟਰਨਲ ਹਾਰਡ ਡਿਸਕ ਡਰਾਈਵ ਕਹਿ ਦਿੰਦੇ ਆ। ਓਕੇ ਜੀ, ਤਾਂ ਬਸ ਇਹਦਾ ਬਸ ਇੰਨਾ ਕੁ ਯਾਦ ਰੱਖਣਾ, ਇਹ USB ਦੇ ਰਾਹੀਂ ਕੀ ਕਰ ਸਕਦੇ ਆ, ਆਪਾਂ ਇਹਨੂੰ ਅਟੈਚ ਕਰ ਸਕਦੇ ਆ। ਠੀਕ ਹੈ, ਇਹਦੇ ਨਾਲ ਜੋੜ ਸਕਦੇ ਆ। ਬਾਕੀ ਇਹ ਕਾਹਦੇ ਵਾਸਤੇ ਹੁੰਦੀ ਹੈ, ਕੋਈ ਡਾਟਾ ਦਾ ਬੈਕਅਪ ਲੈਣਾ, ਆਪਾਂ ਨੂੰ ਪਤਾ ਵੀ ਕੰਪਿਊਟਰ ਦੇ ਵਿੱਚ ਡਾਟਾ ਆਪਣਾ ਕੀ ਹੈ, ਵੀ ਸੇਫ ਨਹੀਂ ਹੈਗਾਗਾ। ਆਪਾਂ ਉਹਦਾ ਬੈਕਅਪ ਲੈ ਕੇ ਰੱਖ ਲਿਆ ਵੀ ਕੱਲ ਨੂੰ ਜੇ ਕੰਪਿਊਟਰ ਵਾਲਾ ਡਾਟਾ ਖਰਾਬ ਹੋ ਗਿਆ ਤਾਂ ਮੇਰੇ ਕੋਲੇ ਉਹਦੀ ਐਕਸਟਰਾ ਕਾਪੀ ਪਈ ਹੈ। ਠੀਕ ਹੈ, ਉਹਨਾਂ ਵਾਸਤੇ ਹੁੰਦਾ। ਤਾਂ ਇਹਦੇ ਬਾਰੇ ਜ਼ਿਆਦਾ ਨਹੀਂ ਪੁੱਛਿਆ ਜਾਂਦਾ ਪੇਪਰ ਦੇ ਵਿੱਚ ਪੁੱਛਿਆ ਜਾਊਗਾ ਹਾਰਡ ਡਿਸਕ ਬਾਰੇ। ਓਕੇ ਜੀ, ਨੈਕਸਟ ਗੱਲ ਕਰਦੇ ਹੁਣ ਆਪਾਂ। ਅੱਗੇ ਆ ਗਈ ਬੇਟਾ ਆਪਣੀ ਜਿਹੜੀ ਸੈਕਿੰਡ, ਪਹਿਲੀ ਪੜ੍ਹ ਲਈ ਆਪਾਂ, ਸੈਕਿੰਡ ਹੁਣ ਹੈਗੀ ਆਪਣੇ ਕੋਲੇ ਕੀ ਆ, ਫਲੋਪੀ ਡਿਸਕ। ਅੱਛਾ, ਫਲੋਪੀ ਡਿਸਕ ਵੀ ਅੱਜ ਕੱਲ ਬੰਦ ਹੋ ਗਈ ਹੈ। ਇਹਦੀ ਫੋਟੋ ਤੁਸੀਂ ਸ਼ਾਇਦ ਨਾ ਦੇਖੀ ਹੋਵੇ, ਮੈਂ ਦੇਖੀ ਹੋਈ ਹੈ। ਠੀਕ ਹੈ, ਅੱਜ ਕੱਲ ਇਹ ਬੰਦ ਹੋ ਗਈ ਕਿਉਂਕਿ ਅੱਜ ਕੱਲ ਕੀ ਆ ਗਈਆਂ, ਪੈਨ ਡਰਾਈਵ ਆ ਗਈਆਂ, USB ਆ ਗਈ। ਫਲੋਪੀ ਡਿਸਕ ਕੀ ਹੁੰਦੀ ਸੀ ਬੇਟਾ, ਇਹਦੇ ਵਿੱਚ ਵੀ ਕੀ ਹੈ, ਆ ਜਿਹੜਾ ਲੱਗਾ ਹੋਇਆ ਮੈਗਨੈਟਿਕ ਮਟੀਰੀਅਲ ਹੈ, ਕੀ ਹੈ, ਇਹ ਵੀ ਕੀ ਹੁੰਦੀ ਹੈ, ਚੁੰਬਕੀ ਹੁੰਦੀ ਹੈ, ਜਿਹਨੂੰ ਆਪਾਂ ਮੈਗਨੈਟਿਕ ਮਟੀਰੀਅਲ ਕਹਿ ਦਿੰਦੇ ਆ। ਤਾਂ ਇਹ ਵੀ ਮੈਗਨੈਟਿਕ ਮਟੀਰੀਅਲ ਦੇ ਅੰਡਰ ਹੀ ਆਉਂਦੀ ਹੈ। ਠੀਕ ਹੈ, ਕਿਹੜੀ, ਫਲੋਪੀ ਡਿਸਕ ਡਰਾਈਵ। ਤਾਂ ਇੱਥੋਂ ਵੀ ਕੁਐਸਚਨ ਆ ਜਾਂਦਾ ਹੈ ਕਿ FDD ਤੋਂ ਕੀ ਭਾਵ ਹੈ। ਤਾਂ F ਦਾ ਮਤਲਬ ਹੈ ਫਲੋਪੀ, D ਦਾ ਮਤਲਬ ਡਿਸਕ ਤੇ D ਦਾ ਮਤਲਬ ਕੀ ਹੈ, ਡਰਾਈਵ, ਫਲੋਪੀ ਡਿਸਕ ਡਰਾਈਵ। ਓਕੇ ਜੀ, ਇਹ ਹੁੰਦੀ ਕੀ ਹੈ ਬੇਟਾ, ਇਹਦੇ ਉੱਤੇ ਆ ਕਵਰ ਹੁੰਦਾ ਪਲਾਸਟਿਕ ਦਾ ਕਵਰ ਤਾਂ ਹੁੰਦਾ ਵੀ ਜੇ ਇਹਦੇ ਵਿੱਚ ਮਿੱਟੀ ਵਗੈਰਾ ਪੈ ਜਾਵੇ ਜਾਂ ਸਕ੍ਰੈਚ ਪੈ ਜਾ ਇਹ ਖਰਾਬ ਹੋ ਜਾਂਦੀ ਹੈ। ਤੇ ਇਹ ਪਹਿਲਾਂ ਚੱਲੀਆਂ ਸੀ ਜਦੋਂ CD ਨਹੀਂ ਆਈ ਸੀਗੀ, DVD ਨਹੀਂ ਆਈ ਸੀਗੀ, ਪੈਨ ਡਰਾਈਵ ਨਹੀਂ ਆਈ ਸੀਗੀ, ਉਦੋਂ ਚੱਲੀਆਂ ਸੀਗੀਆਂ। ਤੇ ਇਹ ਚੱਲਣ ਦਾ ਕਾਰਨ ਕੀ ਸੀਗਾ ਬੇਟਾ, ਜਿਹੜੀ ਹਾਰਡ ਡਿਸਕ ਸੀਗੀ ਉਹ ਕੀ ਹੁੰਦੀ ਸੀਗੀ, ਫਿਕਸ ਹੁੰਦੀ ਸੀਗੀ, ਉਹਨੂੰ ਆਪਾਂ ਬਾਹਰ ਨਹੀਂ ਕੱਢ ਸਕਦੇ ਸੀ। ਪਰ ਹੁਣ ਕੀ ਹੁੰਦਾ ਕਿ ਮੰਨ ਲਓ ਤੁਸੀਂ ਜਿਵੇਂ ਕੋਈ ਡਾਟਾ ਇੱਥੋਂ ਦੂਸਰੇ ਸ਼ਹਿਰ ਦੇ ਵਿੱਚ ਲੈ ਕੇ ਜਾਣਾ ਜਾਂ ਕਿਤੇ ਹੋਰ ਲੈ ਕੇ ਜਾਣਾ, ਤਾਂ ਉਹਦੇ ਵਾਸਤੇ ਵਰਤੀ ਜਾਂਦੀ ਸੀਗੀ। ਤਾਂ ਇਹਨੂੰ ਕਹਿ ਦਿੰਦੇ ਆ ਰਿਮੂਵੇਬਲ ਦਾ ਮਤਲਬ ਕੀ ਹੁੰਦਾ ਕਿ ਜਿਹਨੂੰ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਆਸਾਨੀ ਦੇ ਨਾਲ ਲਿਜਾ ਸਕਦੇ ਆ। ਰਿਮੂਵ ਦਾ ਮਤਲਬ ਕਿ ਬਾਹਰ ਕੱਢ ਸਕਦੇ ਆ। ਠੀਕ ਹੈ, ਤਾਂ ਉਹਨੂੰ ਕਹਿ ਦਿੰਦੇ ਆ ਰਿਮੂਵੇਬਲ। ਠੀਕ ਹੈ, ਤਾਂ ਹੁਣ ਸਭ ਤੋਂ ਇੰਪੋਰਟੈਂਟ ਹੁਣ ਤੁਹਾਨੂੰ ਮੈਂ ਦੱਸਦਾ, ਇਹਦੇ ਵਿੱਚ ਇੱਕ ਤਾਂ ਹੈਗਾ ਮੈਗਨੈਟਿਕ ਮਟੀਰੀਅਲ, ਤੁਹਾਨੂੰ ਮੈਂ ਦੱਸਤਾ। ਦੂਜੀ ਗੱਲ ਕੀ ਹੈ ਬੇਟਾ, ਇਹਦੇ ਦੋ ਸਾਈਜ਼ ਦੇ ਵਿੱਚ ਆਈ ਸੀਗੀ, ਪਰ ਜਿਹੜੀ ਸਭ ਤੋਂ ਜ਼ਿਆਦਾ ਮਸ਼ਹੂਰ ਹੋਈ ਹੈ ਜਾਂ ਜਿਹਦੇ ਤੋਂ ਸਭ ਤੋਂ ਵੱਧ ਕੁਐਸਚਨ ਪੁੱਛੇ ਜਾਂਦੇ ਪੇਪਰਾਂ ਦੇ ਵਿੱਚ, ਉਹ ਹੈਗੀ ਆ 3.5 ਇੰਚ ਦੀ ਫਲੋਪੀ। ਸਾਈਜ਼ ਵੀ ਪੁੱਛਿਆ ਜਾਂਦਾ ਬੇਟਾ, ਇਹਨੂੰ ਕਹਿ ਦਿੰਦੇ ਆ 3.5 ਇੰਚ। ਠੀਕ ਹੈ, ਤਾਂ ਦੂਜੀ ਗੱਲ ਕੀ ਪੁੱਛੀ ਜਾਂਦੀ ਹੈ, ਇਹਦੀ ਕਪੈਸਿਟੀ ਕਿੰਨੀ ਸੀਗੀ। ਤਾਂ ਉਸ ਟਾਈਮ ਬੇਟਾ ਕਪੈਸਿਟੀਆਂ ਬਹੁਤ ਘੱਟ ਹੁੰਦੀਆਂ ਸੀਗੀਆਂ। ਤਾਂ 1.44 MB, ਮੈਂ ਤੁਹਾਨੂੰ ਗਰੰਟੀ ਦਿੰਨਾ 101% ਆ ਕੁਐਸਚਨ ਪੁੱਛਿਆ ਜਾਊਗਾ ਕਿ ਜਿਹੜੀ 3.5 ਇੰਚ ਦੀ ਫਲੋਪੀ ਹੈ ਉਹਦੀ ਸਮਰੱਥਾ ਕਿੰਨੀ ਹੈ, ਕਿੰਨਾ ਡਾਟਾ ਸਟੋਰ ਕਰ ਸਕਦੀ ਆ। ਉਹ 1.44 MB ਕਰ ਸਕਦੀ ਹੈ। ਤੁਹਾਨੂੰ ਭੁਲੇਖਾ ਪਾਉਣ ਵਾਸਤੇ ਉੱਥੇ ਲਿਖਿਆ ਹੋਊਗਾ 1.44 KB, 1.44 GB। ਤਾਂ ਤੁਸੀਂ ਧਿਆਨ ਰੱਖਣਾ ਬੇਟਾ, ਮੈਗਾਬਾਈਟ ਇਹਨੂੰ ਕਹਿ ਦਿੰਦੇ ਆ, ਮੈਗਾਬਾਈਟ। ਇਹ ਮੈਂ ਤੁਹਾਨੂੰ ਕੱਲ ਕਲੀਅਰ ਕਰਵਾ ਦੂੰਗਾ, ਮੈਗਾਬਾਈਟ ਕੀ ਹੁੰਦਾ ਹੈ, ਕਿਲੋਬਾਈਟ ਕੀ ਹੁੰਦਾ ਹੈ, ਗੀਗਾਬਾਈਟ ਕੀ ਹੁੰਦਾ ਹੈ। ਤਾਂ ਦਿਮਾਗ ਦੇ ਵਿੱਚ ਖਾਨਿਆਂ 'ਚ ਫਿੱਟ ਕਰ ਦਾਂਗੇ ਆਪਾਂ, ਟੈਨਸ਼ਨ ਨਾ ਲਓ, ਤੁਹਾਨੂੰ ਕੰਪਿਊਟਰ ਮਾਸਟਰ ਬਣਾ ਦਾਂਗੇ। ਠੀਕ ਹੈ, ਭਰੋਸਾ ਰੱਖਿਓ, ਗਰੰਟੀ ਹੈ ਤੁਹਾਡੇ ਨਾਲ। ਅੱਛਾ, 1.44 MB ਕਰ ਸਕਦੇ ਆ। ਹੁਣ ਦੂਜਾ ਸਾਈਜ਼ ਆਇਆ ਸੀ ਬੇਟਾ ਇਹਦੇ ਵਿੱਚ 5.25। ਠੀਕ ਹੈ, 5.25 ਦੀ ਆਈ ਸੀ। ਤਾਂ ਉਹਦੇ ਬਾਰੇ ਇਹਨਾਂ ਪੜ੍ਹਨ ਦੀ ਜ਼ਰੂਰਤ ਨਹੀਂ, ਨਾ ਤਾਂ ਇੰਨੀ ਮਸ਼ਹੂਰ ਹੋਈ ਹੈ ਨਾ ਚੱਲੀ ਹੈ। ਆਪਾਂ ਪੜ੍ਹਨਾ ਦੇਖੋ, ਇੱਕ ਹੁੰਦਾ ਹਾਰਡ ਵਰਕ, ਇੱਕ ਹੁੰਦਾ ਸਮਾਰਟ ਵਰਕ। ਆਪਾਂ ਕਰਨਾ ਸਮਾਰਟ ਵਰਕ, ਆਪਾਂ ਪੇਪਰ ਦੇ ਹਿਸਾਬ ਨਾਲ ਪੜ੍ਹਨਾ ਵੀ ਕਿਹੜੀ ਚੀਜ਼ ਆਪਣੇ ਵਾਸਤੇ ਇੰਪੋਰਟੈਂਟ ਹੈ, ਕਿਹੜੀ ਨਹੀਂ ਹੈਗੀ। ਕਿਉਂਕਿ ਆਪਾਂ ਇੱਥੇ ਕੰਪਿਊਟਰ ਦੇ ਪੇਪਰ ਨਹੀਂ ਦੇਣੇ, ਆਪਾਂ MCQ ਕਲੀਅਰ ਕਰਨੇ ਨੇ। ਤਾਂ ਰਾਈਟ ਹੈ ਜੀ, 3.5 ਇੰਚ ਦੀ ਫਲੋਪੀ ਹੈ, ਉਹਦਾ ਸਾਈਜ਼ ਕਿੰਨਾ ਹੈ, 1.44 MB ਉਹਦੇ ਵਿੱਚ ਸਟੋਰੇਜ ਸਮਰੱਥਾ ਹੈਗੀ ਆ, ਡਾਟਾ ਨੂੰ ਸਟੋਰ ਕਰ ਸਕਦੀ ਹੈ। ਠੀਕ ਹੈ, ਤਾਂ ਇਹਦਾ ਮਤਲਬ ਮੇਨ ਕੰਮ ਕੀ ਹੈ ਬੇਟਾ, ਜਿਵੇਂ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਦੇ ਵਿੱਚ ਆਪਾਂ ਕੋਈ ਫਾਈਲ ਪਾਉਣੀ ਆ, ਕੋਈ ਗਾਣੇ ਪਾਉਣੇ ਆ, ਆਪਾਂ ਮਤਲਬ ਕੋਈ ਵੀ ਡਾਟਾ ਪਾਉਣਾ ਤਾਂ ਉਹ ਆਪਾਂ ਪਾ ਸਕਦੇ ਆ। ਪਰ ਇਹ ਕਹਿੰਦਾ ਵੀ ਆਸਾਨੀ ਦੇ ਨਾਲ ਕੀ ਹੋ ਜਾਂਦੀ ਸੀ ਬੇਟਾ, ਖਰਾਬ ਹੋ ਜਾਂਦੀ ਸੀਗੀ। ਠੀਕ ਹੈ, ਇੰਨੀ ਭਰੋਸੇ ਲਾਇਕ ਨਹੀਂ ਸੀਗੀ। ਮੰਨ ਲਓ ਆਪਾਂ ਡਾਟਾ ਇਹਦੇ ਵਿੱਚ ਪਾ ਲਿਆ ਤਾਂ ਇਹ ਖਰਾਬ ਹੋ ਸਕਦੀ ਸੀ, ਮਿੱਟੀ ਦੇ ਨਾਲ ਵੀ, ਜਾਂ ਪਾਕਟ 'ਚ ਪਾ ਲਈ, ਸਕ੍ਰੈਚ ਪੈ ਗਿਆ ਤਾਂ ਵੀ ਖਰਾਬ ਹੋ ਜਾਂਦੀ ਸੀਗੀ। ਚਲੋ ਹੁਣ ਹੁੰਦਾ ਕੀ ਆ, ਜਦੋਂ ਇੱਕ ਟੈਕਨੋਲੋਜੀ ਫੇਲ ਹੋ ਜਾਂਦੀ ਹੈ, ਫਿਰ ਖੋਜ ਹੁੰਦੀ ਹੈ, ਫਿਰ ਨਵੀਂ ਟੈਕਨੋਲੋਜੀ ਆਉਂਦੀ ਹੈ। ਤਾਂ ਉਸ ਤੋਂ ਬਾਅਦ ਨਵੀਂ ਟੈਕਨੋਲੋਜੀ ਕੀ ਆਈ ਆਪਣੇ ਕੋਲੇ, ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਮੈਗਨੈਟਿਕ ਟੇਪ। ਇਹ ਸਾਰਿਆਂ ਨੇ ਦੇਖੀ ਹੋਊਗੀ, ਪਿੰਡਾਂ ਵਾਲਿਆਂ ਨੇ, ਮੇਰੇ ਭਰਾਵਾਂ ਨੇ ਤਾਂ ਖਾਸ ਕਰਕੇ, ਭੈਣ ਭਰਾਵਾਂ ਨੇ। ਠੀਕ ਹੈ, ਰੀਲ ਜਿਹਨੂੰ ਕਹਿ ਦਿੰਦੇ ਪੰਜਾਬੀ ਦੇ ਵਿੱਚ, ਬੜੀਆਂ ਸੁਣੀਆਂ ਮੈਂ ਤਾਂ, ਬਲਕਾਰ ਸਿੱਧੂ, ਮੇਜਰ ਰਾਜਸਥਾਨੀ, ਸਾਰਾ ਕੁਝ ਸੁਣਿਆ। ਤਾਂ ਰੀਲਾਂ ਕੀ ਹੁੰਦੀਆਂ ਬੇਟਾ, ਰੀਲਾਂ ਦੇ ਵਿੱਚ ਕੀ ਹੈ ਕਿ ਜਿਹੜਾ ਡਾਟਾ ਸਟੋਰ ਹੁੰਦਾ ਉਹ ਇੱਕ ਮੈਗਨੈਟਿਕ ਮਟੀਰੀਅਲ ਹੁੰਦਾ, ਜਿਵੇਂ ਆ ਬਲੈਕ ਕਲਰ ਦਾ ਜਿਹੜਾ ਹੁੰਦਾ ਨਾ, ਜਿਹਨੂੰ ਆਪਾਂ ਘੁਮਾਉਣੇ ਆ ਰੀਲ ਨੂੰ, ਤਾਂ ਉਹਦੇ ਉੱਪਰ ਕੀ ਹੁੰਦੀ ਹੈ, ਸਟੋਰੇਜ ਹੁੰਦੀ ਹੈ। ਤੇ ਇਹ ਵੀ ਕੀ ਹੈ, ਇੱਕ ਤਰ੍ਹਾਂ ਦਾ ਚੁੰਬਕੀ ਜਾਂ ਆਪਾਂ ਮੈਗਨੈਟਿਕ ਮਟੀਰੀਅਲ ਹੈ। ਠੀਕ ਹੈ, ਇਹ ਵੀ ਮੈਗਨੈਟਿਕ ਦੇ ਅੰਡਰ ਆਉਂਦੀ ਹੈ। ਪਰ ਇਹਦੇ ਵਿੱਚ ਪੰਗਾ ਕੀ ਆ, ਤੁਹਾਨੂੰ ਮੈਂ ਦੱਸਦਾ।
ਵੀ ਮੰਨ ਲਓ ਇਹਦੇ ਵਿੱਚ 5 ਗਾਣੇ ਪਏ ਆ 1 2 3 4 5 ਜਿਵੇਂ ਮੈਂ ਕੱਲ ਦੱਸਿਆ ਸੀਗਾ। ਮੰਨ ਲਓ ਮੈਂ 4 ਨੰਬਰ ਗਾਣਾ ਸੁਣਨਾ ਤਾਂ ਮੈਨੂੰ 1 ਨੰਬਰ 2 ਨੰਬਰ 3 ਨੰਬਰ ਕੀ ਕਰਨਾ ਪਊਗਾ, ਫਾਰਵਰਡ ਕਰਨਾ ਪਊਗਾ। ਤਾਂ ਇਹਨੂੰ ਕੀ ਕਹਿੰਦੇ ਆ ਬੇਟਾ, ਇਹਨੂੰ ਕਹਿੰਦੇ ਆ ਸਿਕੁਐਂਸ਼ਲ ਮੀਡੀਅਮ। ਸਿਕੁਐਂਸ਼ਲ ਦਾ ਮਤਲਬ ਹੁੰਦਾ ਕਿ ਸੀਰੀਜ਼ ਦੇ ਵਿੱਚ ਕੋਈ ਚੀਜ਼ ਸੀਰੀਜ਼ 'ਚ ਪਈ ਆ। ਮੰਨ ਲਓ ਆ 1 2 3 4 5 ਆ ਬੈਂਕ ਆ, ਬੈਂਕ ਦੇ ਵਿੱਚ ਆਪਾਂ ਪੈਸੇ ਜਮ੍ਹਾਂ ਕਰਾਉਣੇ ਆ, ਪਹਿਲਾਂ ਇਹ ਜਮ੍ਹਾਂ ਕਰਾਊਗਾ, ਫਿਰ ਇਹ ਕਰਾਊਗਾ, ਫਿਰ ਇਹ ਕਰਾਊਗਾ। ਕਹਿਣ ਦਾ ਭਾਵ ਕਿ ਇਹ ਨੰਬਰ ਵਾਈਜ਼ ਚੱਲੂਗਾ, ਉਹਨੂੰ ਕਹਿ ਦਿੰਦੇ ਆ ਸਿਕੁਐਂਸ਼ਲ। ਠੀਕ ਹੈ, ਤਾਂ ਇਹਦੇ ਵਿੱਚ ਜਿਹੜੀ ਐਕਸੈਸ ਮੀਡੀਅਮ ਹੈ ਉਹ ਕੀ ਹੈ, ਐਕਸੈਸ ਦਾ ਮਤਲਬ ਹੁੰਦਾ ਵਰਤਣਾ, ਤਾਂ ਇਹਨੂੰ ਆਪਾਂ ਸਿਕੁਐਂਸ਼ਲ ਕਹਿ ਦਿੰਦੇ ਆ। ਤੇ ਜੇ ਮੈਂ ਤੁਹਾਨੂੰ ਕੁਐਸਚਨ ਪੁੱਛਾਂ, ਤੁਸੀਂ ਮੈਨੂੰ ਕਮੈਂਟ ਬਾਕਸ 'ਚ ਜ਼ਰੂਰ ਕੁਐਸਚਨ ਦਾ ਆਨਸਰ ਕਰਨਾ। ਜਿਹੜਾ ਰੈਮ ਹੁੰਦਾ ਉਹ ਕੀ ਹੁੰਦਾ, ਮੈਂ ਤੁਹਾਨੂੰ ਪੁੱਛਦਾ ਪਹਿਲਾ ਨੰਬਰ ਤੇ ਕੀ ਹੈ, ਉਹ ਸਿਕੁਐਂਸ਼ਲ ਹੁੰਦਾ ਜਾਂ ਫਿਰ ਉਹ ਕੀ ਹੁੰਦਾ, ਰੈਂਡਮ ਹੁੰਦਾ, ਜਿਹਨੂੰ ਆਪਾਂ ਡਾਇਰੈਕਟ ਕਹਿ ਦਿੰਦੇ ਆ, ਰੈਂਡਮ ਜਾਂ ਡਾਇਰੈਕਟ। ਤਾਂ ਤੁਸੀਂ ਮੈਨੂੰ ਆਨਸਰ ਕਰਨਾ ਕਮੈਂਟ ਬਾਕਸ ਦੇ ਵਿੱਚ। ਦੇਖਦੇ ਆ ਕਿੰਨੇ ਕੁ ਧਿਆਨ ਦੇ ਨਾਲ ਤੁਸੀਂ ਕਲਾਸ ਨੂੰ ਦੇਖਦੇ ਹੋ, ਕੱਲ ਵਾਲੀ ਕਲਾਸ ਦਾ ਕੁਐਸਚਨ ਹੈ ਇਹ। ਠੀਕ ਹੈ, ਤਾਂ ਇਹਨੂੰ ਯਾਦ ਰੱਖਣਾ ਬੇਟਾ, ਇਹ ਸਿਕੁਐਂਸ਼ਲ ਮੀਡੀਅਮ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਡਾਟਾ ਨੂੰ ਵਰਤ ਸਕਦੇ ਹਾਂ। ਠੀਕ ਹੈ ਜੀ, ਤਾਂ ਇਹ ਵੀ ਦੇਖੋ ਆਪਾਂ ਤਾਂ ਇਹਦੇ ਵਿੱਚ ਗਾਣੇ ਵਗੈਰਾ ਸੁਣਦੇ ਸੀਗੇ, ਪਰ ਇਹਨੂੰ ਆਪਾਂ ਬੈਕਅਪ ਵਾਸਤੇ ਵੀ ਵਰਤ ਸਕਦੇ ਹਾਂ। ਠੀਕ ਹੈ, ਜਿਵੇਂ ਆਪਾਂ ਡਾਟਾ ਨੂੰ ਬੈਕਅਪ ਕਰਕੇ ਰੱਖਣਾ ਤਾਂ ਇਹਦੇ ਵਿੱਚ ਡਾਟਾ ਵਗੈਰਾ ਵੀ ਪਾ ਸਕਦੇ ਹਾਂ। ਤੇ ਇਹਦੇ ਉੱਪਰ ਵੀ ਕੀ ਹੁੰਦਾ ਸੀ, ਇੱਕ ਪਲਾਸਟਿਕ ਦਾ ਕਵਰ ਹੁੰਦਾ ਸੀ, ਤੁਹਾਨੂੰ ਪਤਾ ਹੀ ਆ, ਇਹਦੇ ਵਿੱਚ ਮਿੱਟੀ ਵਗੈਰਾ ਪੈ ਜਾਵੇ ਇਹ ਵੀ ਖਰਾਬ ਹੋ ਜਾਂਦੀ ਸੀਗੀ। ਠੀਕ ਹੈ ਜੀ, ਤਾਂ ਇਹ ਸਸਤੀ ਹੁੰਦੀ ਸੀ, ਮਤਲਬ ਕਿਸੇ ਹਾਰਡ ਡਿਸਕ ਦੇ ਮੁਕਾਬਲੇ ਬਹੁਤ ਸਸਤੀ ਹੁੰਦੀ ਹੈ ਰੀਲ। ਤੇ ਇਹਨੂੰ ਬੇਸਿਕਲੀ ਆਪਾਂ ਕੀ ਕਰਦੇ ਹਾਂ, ਇਹਦੇ ਵਿੱਚ MP3 Song ਵਗੈਰਾ ਗਾਣੇ ਵਗੈਰਾ ਪਾਉਣ ਵਾਸਤੇ ਵੀ ਵਰਤਿਆ ਜਾਂਦਾ ਹੈ। ਕਿਹਨੂੰ, ਆਪਾਂ ਰੀਲ ਨੂੰ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਮੈਗਨੈਟਿਕ ਟੇਪ। ਚਲੋ ਇਹਦੇ ਬਾਰੇ ਜ਼ਿਆਦਾ ਕੁਐਸਚਨ ਨਹੀਂ ਆਉਂਦਾ, ਇੱਕ ਹੀ ਕੁਐਸਚਨ ਸਭ ਤੋਂ ਵੱਧ ਪੁੱਛਿਆ ਜਾਂਦਾ ਵੀ ਇਹਦਾ ਜਿਹੜਾ ਡਾਟਾ ਜਿਹੜਾ ਆਪਾਂ ਵਰਤਦੇ ਆ ਉਹ ਕਿਵੇਂ ਵਰਤਦੇ ਆ, ਰੈਂਡਮਲੀ ਵਰਤਦੇ ਆ ਜਾਂ ਸਿਕੁਐਂਸ਼ਲ ਵਰਤਦੇ ਆ। ਤਾਂ ਸਿਕੁਐਂਸ਼ਲ ਯਾਦ ਰੱਖ ਲਿਓ। ਨੈਕਸਟ ਗੱਲ ਕਰਦੇ ਆ ਆਪਾਂ, ਸਭ ਤੋਂ ਇੰਪੋਰਟੈਂਟ ਚੀਜ਼ ਹੈ, ਮੈਂ ਚੀਕ ਕੇ ਕਹਿੰਦਾ ਰਿਹਾ ਜੇਲ੍ਹ ਸੁਪਰੀਡੈਂਟ ਦੇ ਐਗਜ਼ਾਮ ਤੋਂ ਪਹਿਲਾਂ ਬਾਈ CD ਦੀ ਫੁੱਲ ਫਾਰਮ ਯਾਦ ਕਰ ਲਿਓ। CD ਦੀ ਫੁੱਲ ਫਾਰਮ ਆਈ ਸੀਗੀ ਜੇਲ੍ਹ ਸੁਪਰੀਡੈਂਟ ਦੇ ਵਿੱਚ, ਇਹਨੂੰ ਕਹਿ ਦਿੰਦੇ ਆ ਬੇਟਾ ਕੰਪੈਕਟ ਡਿਸਕ। ਕੀ ਕਹਿ ਦਿੰਦੇ ਆ, ਕੰਪੈਕਟ ਡਿਸਕ। ਕਈ ਵਾਰੀ ਪੁੱਛ ਲੈਂਦੇ ਆ CD ROM, ਤਾਂ ਮੈਂ ਤੁਹਾਨੂੰ ROM ਕੱਲ ਹੀ ਕਰਾਇਆ, ਤਾਂ ROM ਤੁਹਾਨੂੰ ਮੈਂ ਕੱਲ ਕਰਾ ਕੇ ਹਟਿਆ। CD ਦਾ ਮਤਲਬ ਕੀ ਹੋ ਗਿਆ, ਕੰਪੈਕਟ ਡਿਸਕ, ਤੇ ROM ਦਾ ਮਤਲਬ ਕੀ ਹੋ ਗਿਆ, ਰੀਡ ਓਨਲੀ ਮੈਮਰੀ। ਤਾਂ ਇੱਥੋਂ ਤੁਸੀਂ ਆਸਾਨੀ ਦੇ ਨਾਲ ਕੀ ਕਰ ਸਕਦੇ ਹੋ, ਆਨਸਰ ਲਾ ਸਕਦੇ ਹੋ। ਤੇ ਆਹੀ ਕੁਐਸਚਨ ਆਇਆ ਸੀ ਕਿ CD ROM ਤੋਂ ਕੀ ਭਾਵ ਹੈ, ਤਾਂ ਉਹਦਾ ਆਨਸਰ ਸੀਗਾ ਕੰਪੈਕਟ ਡਿਸਕ ਰੀਡ ਓਨਲੀ ਮੈਮਰੀ। ਤਾਂ CD ਦਾ ਮਤਲਬ ਕੀ ਹੁੰਦਾ ਬੇਟਾ, ਕੰਪੈਕਟ ਡਿਸਕ ਹੁੰਦਾ ਹੈ, ਤਾਂ ਆਹ ਹੁੰਦੀ ਹੈ CD। ਠੀਕ ਹੈ, ਇਹ ਹੁੰਦੀ ਹੈ CD। ਇੱਕ ਵਾਰੀ ਕੁਐਸਚਨ ਇਹ ਵੀ ਆਇਆ ਸੀ ਕਿ CD ਦੀ ਸ਼ੇਪ ਕਿਵੇਂ ਦੀ ਹੈ, ਤਾਂ CD ਦੀ ਸ਼ੇਪ ਕੀ ਹੁੰਦੀ ਹੈ, ਚੱਕਰ ਵਰਗੀ, ਚੱਕਰ ਜਾਂ ਕਹਿ ਲਓ ਜਾਂ ਸਰਕਲ ਕਹਿ ਲਓ। ਠੀਕ ਹੈ, ਤਾਂ ਸਰਕਲ ਵਰਗੀ ਸ਼ੇਪ ਹੁੰਦੀ ਹੈ ਕਿਹਦੀ, CD ਦੀ। ਤੇ ਇਹਦੀ ਕਪੈਸਿਟੀ ਹੁੰਦੀ ਹੈ ਬੇਟਾ ਜਿਵੇਂ 700 MB, ਵੱਧ ਤੋਂ ਵੱਧ 700 MB ਆਪਾਂ ਡਾਟਾ ਕੀ ਕਰ ਸਕਦੇ ਹਾਂ, ਇਹਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹਾਂ। ਤਾਂ ਇਹਦੇ ਵਿੱਚ ਜ਼ਿਆਦਾਤਰ ਆਪਾਂ ਕੀ ਪਾਉਣੇ ਆ, ਜਿਵੇਂ ਕੋਈ ਮਿਊਜ਼ਿਕ ਦੀ ਫਾਈਲ ਪਾ ਲਈ, ਕੋਈ ਫਿਲਮ ਪਾ ਲਈ, ਹਨਾ, ਇਹਦੇ ਵਾਸਤੇ ਆਪਾਂ ਵਰਤਦੇ ਸੀਗੇ ਕਿਹਨੂੰ, CD ਨੂੰ। ਠੀਕ ਹੈ, ਤੇ ਹੁਣ ਤੁਹਾਨੂੰ ਮੈਂ ਦੱਸਦਾ CD ਕੀ ਹੈ ਬੇਟਾ। ਹੁਣ ਤੁਹਾਨੂੰ ਜੇ ਪੁੱਛੂਗਾ ਮੈਗਨੈਟਿਕ ਹੈ ਕਿ ਆਪਟੀਕਲ, ਤਾਂ CD ਹੁੰਦੀ ਹੈ ਬੇਟਾ ਆਪਟੀਕਲ। ਉਹਦਾ ਕਾਰਨ ਕੀ ਹੈ ਕਿ ਜਿਹੜੀ CD ਹੈ ਕੰਮ ਕਰਦੀ ਹੈ ਉਹ ਕਿਹੜੇ ਤੇ ਕਰਦੀ ਹੈ, ਲੇਜ਼ਰ ਬੀਮ ਤੇ। ਕੀ ਤੇ ਕਰਦੀ ਹੈ, ਲੇਜ਼ਰ ਬੀਮ ਤੇ ਕੰਮ ਕਰਦੀ ਹੈ, ਤਾਂ ਕਰਕੇ ਕੀ ਹੁੰਦੀ ਹੈ, ਆਪਟੀਕਲ। ਠੀਕ ਹੈ, ਮੈਗਨੈਟਿਕ ਦੇ ਵਿੱਚ ਕੀ ਹੁੰਦੀਆਂ, ਇੱਕ ਤਾਂ ਰੀਲਾਂ, ਮੈਗਨੈਟਿਕ ਟੇਪ, ਇੱਕ ਹਾਰਡ ਡਿਸਕ ਤੁਹਾਡੀ, ਇੱਕ ਫਲੋਪੀ ਡਿਸਕ। ਉਸ ਤੋਂ ਇਲਾਵਾ ਸਾਰੇ ਕੀ ਨੇ, ਆਪਟੀਕਲ ਮੀਡੀਅਮ ਨੇ। ਠੀਕ ਹੈ, ਤਾਂ ਇਹ ਹੁੰਦੀ ਆ ਆਪਟੀਕਲ, ਇਹ ਵੀ ਯਾਦ ਰੱਖਣਾ। ਅੱਛਾ, ਹੁਣ ਜਿਹੜੀ ਮੇਨ ਤੁਹਾਨੂੰ ਮੈਂ ਦੱਸਣ ਜਾ ਰਿਹਾ, ਹੁਣ ਜਿਹੜੀ CD ਹੁੰਦੀ ਹੈ, ਜਿਹੜੀ ਕੱਲੀ CD ਹੁੰਦੀ ਹੈ, ਇਹਦਾ ਮਤਲਬ ਕੀ ਹੈ, ਕੰਪੈਕਟ ਡਿਸਕ। ਕੱਲੀ CD ਦਾ ਮਤਲਬ ਕੀ ਹੈ ਕਿ ਡਾਟਾ ਆਪਾਂ ਸਿਰਫ ਕੀ ਕਰ ਸਕਦੇ ਹਾਂ, ਰੀਡ ਕਰ ਸਕਦੇ ਹਾਂ। ਕੱਲਾ ਰੀਡ ਦਾ ਮਤਲਬ ਕੀ ਹੈ ਕਿ ਜਿਵੇਂ ਹੁਣ ਮੰਨ ਲਓ ਕਿਸੇ ਸਿੰਗਰ ਦੀ ਟੇਪ ਆ ਗਈ, ਨਵੀਂ CD ਆ ਗਈ, ਆਪਾਂ ਤਾਂ ਕੀ ਕਰਦੇ ਹਾਂ, ਇੰਡੀਆ ਦੇ ਵਿੱਚ ਪੈਸੇ ਨਹੀਂ ਖਰਚ ਕਰਦੇ, ਆਪਾਂ ਕੀ ਕਰਦੇ ਹਾਂ, ਡੁਪਲੀਕੇਟ ਗਾਣੇ ਭਰਾ ਲੈਂਦੇ ਸੀਗੇ। ਪਰ ਓਰੀਜਨਲ CD ਜਿਹੜੀ ਆਪਾਂ ਲੈ ਕੇ ਆਉਣੇ ਆ, ਜਾਂ ਕੋਈ ਫਿਲਮ ਆਉਂਦੀ ਹੈ, ਜਦੋਂ ਆਪਾਂ ਚਲਾਵਾਂਗੇ ਤਾਂ ਜਿਹੜੀ ਉਹਦੇ ਵਿੱਚ ਫਿਲਮ ਹੋਊਗੀ ਬਸ ਆਪਾਂ ਉਹੀ ਦੇਖ ਸਕਦੇ ਹਾਂ। ਆਪਾਂ ਉਹਦੇ ਵਿੱਚ ਵਾਲਾ ਡਾਟਾ ਕੀ ਆ, ਚੇਂਜ ਨਹੀਂ ਕਰ ਸਕਦੇ, ਤਾਂ ਆਪਾਂ ਕੱਲਾ ਰੀਡ ਕਰ ਸਕਦੇ ਹਾਂ। ਤਾਂ ਬਾਈ ਡਿਫਾਲਟ ਜਿਹੜੀ CD ਹੁੰਦੀ ਆ ਕੱਲੀ ਰੀਡੇਬਲ ਹੁੰਦੀ ਹੈ, ਕਿ ਉਹਦੇ ਵਿੱਚ ਡਾਟਾ ਸਿਰਫ ਆਪਾਂ ਗਾਣੇ ਸੁਣ ਸਕਦੇ ਹਾਂ, ਜੇ ਗਾਣੇ ਹੋਣਗੇ ਤਾਂ ਗਾਣੇ ਸੁਣ ਸਕਦੇ ਹਾਂ, ਜੇ ਮੂਵੀ ਹੈਗੀ ਤਾਂ ਮੂਵੀ ਦੇਖ ਸਕਦੇ ਹਾਂ, ਜੇ ਉਹਦੇ ਵਿੱਚ ਕੋਈ ਫਾਈਲਾਂ ਪਈਆਂ ਤਾਂ ਉਹ ਆਪਾਂ ਦੇਖ ਸਕਦੇ ਹਾਂ, ਅਦਰਵਾਈਜ਼ ਆਪਾਂ ਕੋਈ ਚੇਂਜ ਨਹੀਂ ਕਰ ਸਕਦੇ। ਪਰ ਹੁਣ ਦੇਖੋ ਤੁਹਾਨੂੰ ਮੈਂ ਦੱਸਿਆ ਕਿ ਇੱਕ ਟੈਕਨੋਲੋਜੀ ਫੇਲ ਹੁੰਦੀ ਆ ਤਾਂ ਦੂਜੀ ਟੈਕਨੋਲੋਜੀ ਆ ਜਾਂਦੀ ਹੈ। ਤਾਂ ਇਸ ਤੋਂ ਬਾਅਦ ਇੱਕ CD ਹੋਰ ਆਈ ਸੀਗੀ ਜਿਹਨੂੰ ਕਹਿ ਦਿੰਦੇ ਆ CD RW। ਇਹਦਾ ਮਤਲਬ ਕੀ ਹੈ, RW ਦਾ ਮਤਲਬ ਕੀ ਹੈ, ਰੀਡ ਤੇ ਰਾਈਟ। ਰੀਡ ਵੀ ਕਰ ਸਕਦੇ ਹਾਂ ਤੇ ਰਾਈਟ ਵੀ ਕਰ ਸਕਦੇ ਹਾਂ। ਰਾਈਟ ਦਾ ਮਤਲਬ ਕੀ ਹੈ ਕਿ ਇਹਦੇ ਵਿੱਚ ਜੋ ਡਾਟਾ ਹੋਊਗਾ ਉਹਨੂੰ ਮੈਂ ਚੇਂਜ ਵੀ ਕਰ ਸਕਦਾ, ਉਹਨੂੰ ਮੈਂ ਦੇਖ ਵੀ ਸਕਦਾ। ਪਰ ਜਿਹੜੀ ਬਾਈ ਡਿਫਾਲਟ ਹੁੰਦੀ ਹੈ, ਜੇ ਚਾਹੇ ਉਹ ਕੱਲੀ CD ਹੋਵੇ, ਚਾਹੇ ਉਹ ਕੱਲੀ ਐਂ ਲਿਖਿਆ ਹੋਵੇ CD R, ਤਾਂ ਇਹਦਾ ਮਤਲਬ ਕੀ, R ਦਾ ਕੱਲਾ ਆਪਾਂ ਇਹਨੂੰ ਕੀ ਕਰ ਸਕਦੇ ਹਾਂ, ਪੜ੍ਹ ਸਕਦੇ ਹਾਂ। ਠੀਕ ਹੈ ਜੀ, ਕਹਿੰਦਾ CD ਜਿਸ ਵਿੱਚ ਕਹਿੰਦਾ ਸੂਚਨਾ ਨੂੰ ਸਿਰਫ ਇੱਕ ਵਾਰ ਹੀ ਲਿਖਿਆ ਜਾ ਸਕਦਾ ਹੈ,
ਉਸ ਤੋਂ ਬਾਅਦ ਸਿਰਫ ਪੜ੍ਹਿਆ ਜਾ ਸਕਦਾ ਹੈ ਤਾਂ ਉਹ ਹੁੰਦੀ ਹੈ CDR। ਪਰ ਜਿਹਦੇ ਵਿੱਚ ਡਾਟਾ ਨੂੰ ਵਾਰ-ਵਾਰ ਲਿਖਿਆ ਵੀ ਜਾ ਸਕਦਾ ਹੈ, ਪੜ੍ਹਿਆ ਵੀ ਜਾ ਸਕਦਾ ਹੈ, ਕਹਿਣ ਦਾ ਭਾਵ ਰੀਡ ਵੀ ਕਰ ਸਕਦੇ ਆ, ਰਾਈਟ ਵੀ ਕਰ ਸਕਦੇ ਆ, ਉਹਨੂੰ ਕਹਿ ਦਿੰਦੇ ਆ CDRW। ਤਾਂ ਇਹ ਕੁਐਸਚਨ ਬਹੁਤ ਵਾਰ ਪੁੱਛਿਆ ਜਾਂਦਾ ਬੇਟਾ ਜੀ ਕਿ CDRW ਤੋਂ ਕੀ ਭਾਵ ਹੈ। ਤਾਂ CDRW ਤੋਂ ਕੀ ਭਾਵ ਹੈ? CD ਰੀਡ ਰਾਈਟੇਬਲ। ਤਾਂ ਰੀਡ ਵੀ ਕਰ ਸਕਦੇ ਆ ਆਪਾਂ, ਰਾਈਟ ਵੀ ਕਰ ਸਕਦੇ ਆ। ਤਾਂ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਸਮਝ ਆ ਰਹੀ ਹੋਊਗੀ, ਕਿਉਂਕਿ ਮੈਂ ਬਿਲਕੁਲ ਪੰਜਾਬੀ ਦੇ ਵਿੱਚ ਸਲੋ ਪੂਰੀ ਡਿਟੇਲ ਦੇ ਵਿੱਚ ਕਰਵਾ ਰਿਹਾ। ਠੀਕ ਹੈ ਜੀ। ਜਦੋਂ ਤੁਸੀਂ ਥਿਊਰੀ ਕਰ ਲਈ ਬੇਟਾ ਜੀ ਤਾਂ MCQ ਜਿੱਥੋਂ ਮਰਜ਼ੀ ਆ ਜੇ ਤੁਸੀਂ ਉਹਨੂੰ ਆਨਸਰ ਸਹੀ ਕਰਕੇ ਹੀ ਆਉਂਗੇ। ਜੇ ਤੁਹਾਨੂੰ ਵਧੀਆ ਲੱਗ ਰਿਹਾ ਮਤਲਬ ਤਾਂ ਲਾਈਕ ਕਰ ਦਿਓ। ਅੱਛਾ, ਹੁਣ ਅਗਲੀ ਆਪਾਂ ਵੱਧਦੇ ਹਾਂ, ਅੱਗੇ ਹੈਗੀ ਹੈ DVD। ਹੁਣ CD ਆ ਗਈ, CDR ਆ ਗਈ, CDRW ਆ ਗਈ, ਇਸ ਤੋਂ ਬਾਅਦ ਕੀ ਆ ਗਈ? DVD। ਕਿਉਂਕਿ ਜਿਹੜੀ CD ਹੈਗੀ ਉਹਦੀ ਕਪੈਸਿਟੀ ਘੱਟ ਹੈ, 700 MB ਹੈ, ਤਾਂ ਇਹਦਾ ਐਡਵਾਂਸ ਵਰਜ਼ਨ ਆ ਗਿਆ DVD। ਹੁਣ DVD ਦੀ ਫੁੱਲ ਫਾਰਮ ਤੋਂ ਬਹੁਤ ਕੁਐਸਚਨ ਪੁੱਛੇ ਜਾਂਦੇ ਆ। ਤੁਸੀਂ ਸੁਣਿਆ ਹੋਊਗਾ ਡਿਜੀਟਲ ਵੀਡੀਓ ਡਿਸਕ, ਪਰ ਡਿਜੀਟਲ ਵੀਡੀਓ ਡਿਸਕ ਕੀ ਹੈ? ਰਾਈਟ ਨਹੀਂ ਹੈਗਾ। ਇਹਦੀ ਫੁੱਲ ਫਾਰਮ ਹੁੰਦੀ ਹੈ ਡਿਜੀਟਲ ਵਰਸੇਟਾਈਲ ਡਿਸਕ। ਕੀ ਕਹਿ ਦਿੰਦੇ ਆ ਬੇਟਾ ਜੀ? ਡਿਜੀਟਲ ਵਰਸੇਟਾਈਲ ਡਿਸਕ ਕਹਿੰਦੇ ਆ। ਕਿਹਨੂੰ? DVD ਨੂੰ। ਪਰ ਇਹ CD ਦੀ ਤਰ੍ਹਾਂ ਹੁੰਦੀ ਹੈ, ਪਰ ਇਹਦੀ ਜਿਹੜੀ ਸਟੋਰੇਜ ਸਮਰੱਥਾ ਹੁੰਦੀ ਹੈ, ਸਟੋਰੇਜ ਕਪੈਸਿਟੀ ਹੁੰਦੀ ਹੈ, ਉਹ ਬਹੁਤ ਵੱਧ ਹੁੰਦੀ ਹੈ ਤੇ ਜ਼ਿਆਦਾ ਕਲੀਅਰ ਹੁੰਦੀ ਹੈ। ਠੀਕ ਹੈ। ਕਿਹਦੀ? DVD ਦੀ। ਤਾਂ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ? MB ਦੇ ਵਿੱਚ ਨਹੀਂ, ਆਪਾਂ ਇਹਦੇ ਵਿੱਚ GB ਦੇ ਵਿੱਚ ਡਾਟਾ ਸਟੋਰ ਕਰ ਸਕਦੇ ਹਾਂ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਗੀਗਾਬਾਈਟ। ਕੀ ਕਹਿ ਦਿੰਦੇ ਆ? ਗੀਗਾਬਾਈਟ ਕਹਿ ਦਿੰਦੇ ਆ। ਠੀਕ ਹੈ। ਤਾਂ ਇਹ ਆਮ ਕੀ ਆ ਵੀ ਇਹ ਜਿਹੜੀ DVD ਹੈਗੀ ਆ ਇਹਦੀ ਕਪੈਸਿਟੀ ਵੀ ਵੱਧ ਹੋਊਗੀ, ਇਹਦੀ ਕਲੈਰਿਟੀ ਵੀ ਵੱਧ ਹੋਊਗੀ। ਠੀਕ ਹੈ ਜੀ। ਬਸ ਇੰਨਾ ਕੁ ਯਾਦ ਰੱਖਣਾ ਤੇ ਇਹਦੀ ਫੁੱਲ ਫਾਰਮ ਯਾਦ ਰੱਖਣੀ ਹੈ DVD ਦੀ, ਡਿਜੀਟਲ ਵਰਸੇਟਾਈਲ ਡਿਸਕ। ਤਾਂ ਇਹਨੂੰ ਵੈਸੇ ਡਿਜੀਟਲ ਵੀਡੀਓ ਡਿਸਕ ਕਹਿ ਦਿੰਦੇ ਆ। ਵੀਡੀਓ ਡਿਸਕ ਸਿਰਫ ਆਮ ਬੋਲਚਾਲ ਦੀ ਭਾਸ਼ਾ 'ਚ ਕਹਿੰਦੇ ਆ, ਪਰ ਜੇ ਆਪਾਂ ਪੇਪਰ ਵਾਸਤੇ ਦੇਖੀਏ ਤਾਂ ਪੇਪਰ ਵਾਸਤੇ ਜਿਹੜਾ ਸਹੀ ਆਨਸਰ ਆਊਗਾ ਬੇਟਾ ਜੀ ਉਹ ਆਊਗਾ ਡਿਜੀਟਲ ਵਰਸੇਟਾਈਲ ਡਿਸਕ। ਧਿਆਨ ਦੇ ਨਾਲ। ਠੀਕ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ, ਅੱਗੇ ਆ ਗਿਆ ਜੀ ਆਪਣਾ ਪੈਨ ਡਰਾਈਵ, ਜਿਹਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਪੈਨ ਡਰਾਈਵ ਕਹਿ ਦਿੰਦੇ ਆ, ਪਰ ਕੰਪਿਊਟਰ ਦੀ ਭਾਸ਼ਾ 'ਚ ਕਹਿੰਦੇ ਆ USB। ਇਹਦੀ ਤਾਂ ਫੁੱਲ ਫਾਰਮ ਪੁੱਛੀ ਹੀ ਜਾਣੀ ਹੈ ਤੁਹਾਡੇ ਤੋਂ। ਇਹ ਹੁੰਦੀ ਆ ਯੂਨੀਵਰਸਲ ਸੀਰੀਅਲ ਬੱਸ। ਯੂਨੀਵਰਸਲ ਸੀਰੀਅਲ ਬੱਸ। ਹੁਣ ਬੱਸ ਉਹ ਨਹੀਂ ਜਿਹਤੇ ਤੁਸੀਂ ਚੜ ਕੇ ਜਾਂਦੇ ਹੋ, ਜਿਹਦੇ ਵਿੱਚ ਤੁਸੀਂ ਸਫ਼ਰ ਕਰਦੇ ਹੋ, ਉਹ ਬੱਸ ਨਹੀਂ ਹੈਗੀ। ਇਹ ਕੰਪਿਊਟਰ ਦੀ ਬੱਸ ਹੈ। ਇਹਦੇ ਬਾਰੇ ਵੀ ਮੈਂ ਤੁਹਾਨੂੰ ਪੜ੍ਹਾਉਂਗਾ ਬਹੁਤ ਡਿਟੇਲ ਦੇ ਵਿੱਚ ਜਦੋਂ ਅਗਲੀ ਜਾਂ ਇਸ ਤੋਂ ਅਗਲੀ ਵੀਡੀਓ ਆਈ। ਇਹਦੇ ਬਾਰੇ ਮੈਂ ਤੁਹਾਨੂੰ ਬਹੁਤ ਡਿਟੇਲ 'ਚ ਪੜ੍ਹਾਉਂਗਾ। ਕੰਮ ਇਹਦਾ ਵੀ ਹੁੰਦਾ ਬੱਸ ਦਾ ਮਤਲਬ ਕੀ ਹੈ ਕਿ ਡਾਟਾ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਣਾ, ਪਰ ਇੱਥੇ ਬੱਸ ਦਾ ਮਤਲਬ ਕੀ ਹੈ? ਹੋਰ ਹੈ। ਠੀਕ ਹੈ। ਇਹ ਡਾਟਾ ਨੂੰ ਕੀ ਕਰਦੀ ਹੈ? ਮੂਵ ਕਰਦੀ ਹੈ ਫਰੋਮ ਵਨ ਲੋਕੇਸ਼ਨ ਟੂ ਅਨਦਰ ਲੋਕੇਸ਼ਨ। ਤੇ USB ਦਾ ਫੁੱਲ ਫਾਰਮ ਕੀ ਹੈ ਬੇਟਾ ਜੀ? ਯੂਨੀਵਰਸਲ ਸੀਰੀਅਲ ਬੱਸ। ਅੱਛਾ, ਇਹਨੂੰ ਆਪਾਂ ਕੀ ਕਹਿ ਦਿੰਦੇ ਆ? ਫਲੈਸ਼ ਮੈਮਰੀ ਵੀ ਕਹਿ ਦਿੰਦੇ ਆ। ਜਿਵੇਂ ਆਪਾਂ ਆਕਸਿਲਰੀ ਮੈਮਰੀ ਕਿਹਨੂੰ ਕਹਿੰਦੇ ਆ? ਸੈਕੰਡਰੀ ਨੂੰ। ਤਾਂ ਉਵੇਂ ਆਪਾਂ ਇਹਨੂੰ ਕੀ ਕਹਿ ਦਿੰਦੇ ਆ? ਫਲੈਸ਼ ਮੈਮਰੀ ਕਹਿ ਦਿੰਦੇ ਆ। ਠੀਕ ਹੈ। ਤੇ ਇਹ ਕੀ ਹੁੰਦੀ ਹੈ ਬੇਟਾ? ਇੱਕ ਤਾਂ ਛੋਟੇ ਕਾਰ ਦੀ ਹੁੰਦੀ ਹੈ, ਦੂਜੀ ਕੀ ਹੁੰਦੀ ਹੈ? ਇਹ ਜਲਦੀ ਖਰਾਬ ਨਹੀਂ ਹੁੰਦੀ, ਚਾਹੇ ਤੇ ਸਕ੍ਰੈਚ ਪੈ ਜਾਣ। ਠੀਕ ਹੈ। ਚਾਹੇ ਸਕ੍ਰੈਚ ਪੈ ਜਾਣ, ਇਹ ਖਰਾਬ ਨਹੀਂ ਹੁੰਦੀ। ਤੇ ਇਹਦੀ ਸਪੀਡ ਵੀ ਵੱਧ ਹੁੰਦੀ ਹੈ। ਮੰਨ ਲਓ ਡਾਟਾ ਟ੍ਰਾਂਸਫਰ ਕਰਨਾ, ਇਹਦੇ ਵਿੱਚ ਫਾਸਟ ਹੋ ਜਾਊਗਾ, CD ਦੇ ਵਿੱਚ ਸਲੋ ਹੋਊਗਾ, DVD ਵਿੱਚ ਵੀ ਸਲੋ ਹੋਊਗਾ। ਤਾਂ ਇਹ ਫਾਸਟ ਹੁੰਦੀ ਹੈ। ਇਹਦੀ ਫੁੱਲ ਫਾਰਮ ਯਾਦ ਰੱਖਣੀ ਹੈ ਯੂਨੀਵਰਸਲ ਸੀਰੀਅਲ ਬੱਸ। ਠੀਕ ਹੈ। ਇਸ ਤੋਂ ਇਲਾਵਾ ਦੇਖੋ ਆ ਲਿਖਿਆ ਹੋਇਆ, ਕਹਿੰਦਾ ਵੀ ਛੋਟੇ ਕਾਰ ਦੀ ਹੁੰਦੀ ਹੈ ਤਾਂ ਕਰਕੇ ਤੁਹਾਡੀ ਜੇਬ ਦੇ ਵਿੱਚ ਆਸਾਨੀ ਦੇ ਨਾਲ ਆ ਜਾਂਦੀ ਹੈ। ਅੱਛਾ, ਇਹਦੇ ਅਲੱਗ-ਅਲੱਗ ਨਾਮ ਆ। ਇਹਨੂੰ ਫਲੈਸ਼ ਡਰਾਈਵ ਵੀ ਕਹਿ ਦਿੰਦੇ ਆ, ਜੰਪ ਡਰਾਈਵ ਵੀ ਕਹਿ ਦਿੰਦੇ ਆ, ਥੰਮ ਡਰਾਈਵ ਵੀ ਕਹਿ ਦਿੰਦੇ ਆ। ਥੰਮ ਮਤਲਬ ਅੰਗੂਠਾ ਆਪਣਾ, ਥੰਮ ਡਰਾਈਵ ਵੀ ਕਹਿ ਦਿੰਦੇ ਆ। ਠੀਕ ਹੈ ਜੀ। ਬਸ ਇਹਦੇ ਬਾਰੇ ਬਸ ਇੰਨੀਆਂ ਗੱਲਾਂ ਯਾਦ ਰੱਖਣੀਆਂ ਨੇ। ਤੇ ਇਸ ਤੋਂ ਅੱਗੇ ਆਪਾਂ ਦੇਖਦੇ ਹਾਂ, ਹੋਰ ਕੀ ਹੈ। ਅੱਛਾ, ਅੱਗੇ ਆ ਗਿਆ ਆਪਣਾ ਅੱਜ ਦਾ ਲਾਸਟ ਟੌਪਿਕ, ਮੈਮਰੀ ਕਾਰਡ। ਮੈਮਰੀ ਕਾਰਡ ਅੱਜ ਕੱਲ ਤਾਂ ਚਲੋ ਬੰਦ ਹੋ ਗਏ। ਪਹਿਲਾਂ ਜਦੋਂ ਫੋਨ ਆਏ ਸੀਗੇ ਕੈਮਰੇ ਵਾਲੇ, ਉਦੋਂ ਮੈਮਰੀ ਬੜੀ ਘੱਟ ਆਉਂਦੀ ਸੀ, ਤਾਂ ਆਪਾਂ ਮੈਮਰੀ ਵਧਾਉਣ ਵਾਸਤੇ ਆ ਮੈਮਰੀ ਕਾਰਡ ਯੂਜ਼ ਕਰਦੇ ਸੀਗੇ। ਜ਼ਿਆਦਾਤਰ ਆਪਾਂ ਸੈਨ ਡਿਸਕ ਦਾ ਯੂਜ਼ ਕਰਦੇ ਸੀ, ਸੈਨ ਡਿਸਕ ਦਾ। ਠੀਕ ਹੈ। ਇਹ ਕੰਪਨੀ ਬਹੁਤ ਮਸ਼ਹੂਰ ਹੋਈ ਸੀਗੀ। ਤੇ ਇਹ ਹੈਗਾ ਕਾਰਡ ਰੀਡਰ, ਮਤਲਬ ਕਿ ਇਹਦੇ ਵਿੱਚ ਕਾਰਡ ਪਾ ਕੇ ਆਪਾਂ ਰੀਡ ਕਰ ਸਕਦੇ ਹਾਂ, ਗਾਣੇ ਵਗੈਰਾ ਭਰਾ ਸਕਦੇ ਸੀ, ਉਹਦੇ ਵਿੱਚ ਡਾਟਾ ਚੇਂਜ ਕਰ ਸਕਦੇ ਸੀਗੇ। ਤਾਂ ਮੈਮਰੀ ਕਾਰਡ ਵੀ ਕੀ ਇੱਕ ਤਰ੍ਹਾਂ ਦਾ ਸਟੋਰੇਜ ਡਿਵਾਈਸ ਹੁੰਦੀ ਹੈ, ਜਿਹੜੀ ਕਿ ਆਪਾਂ ਕੀ ਕਰਦੇ ਹਾਂ, ਆਪਾਂ ਮੰਨ ਲਓ ਕੋਈ ਗਾਣੇ ਪਾਉਣੇ ਆ, ਪਿਕਚਰਾਂ ਪਾਉਣੀਆਂ ਨੇ, ਆਪਾਂ ਮੂਵੀਜ਼ ਪਾਉਣੀਆਂ ਨੇ, ਉਹਦੇ ਵਿੱਚ ਪਾ ਸਕਦੇ ਸੀਗੇ। ਤਾਂ ਇਹਨੂੰ ਆਪਾਂ ਮਤਲਬ ਮੋਬਾਈਲ 'ਚ ਵੀ ਯੂਜ਼ ਕਰਦੇ ਸੀਗੇ ਤੇ ਆਪਾਂ ਲੈਪਟਾਪ ਜਾਂ ਕੰਪਿਊਟਰ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂ। ਮਤਲਬ ਕਹਿਣ ਦਾ ਭਾਵ ਕਿ ਮੈਮਰੀ ਨੂੰ ਵਧਾਉਣ ਵਾਸਤੇ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਤਾਂ ਇਹਨੂੰ ਜਿਹੜੀ ਡਿਵਾਈਸ ਯੂਜ਼ ਕਰਦੀ ਸੀ ਰੀਡ ਕਰਨ ਵਾਸਤੇ, ਉਹਨੂੰ ਕਹਿ ਦਿੰਦੇ ਸੀ ਮੈਮਰੀ ਕਾਰਡ ਰੀਡਰ। ਕਾਰਡ ਰੀਡਰ ਵੀ ਕਹਿ ਦਿੰਦੇ ਆ, ਡਾਟਾ ਰੀਡਰ ਵੀ ਕਹਿ ਦਿੰਦੇ ਆ, ਜਾਂ ਮੈਮਰੀ ਕਾਰਡ ਵੀ ਕਹਿ ਦਿੰਦੇ ਸੀਗੇ। ਠੀਕ ਹੈ। ਮੈਮਰੀ ਕਾਰਡ ਆ ਹੁੰਦੇ ਆ, ਇਹ ਮੈਮਰੀ ਕਾਰਡ ਰੀਡਰ ਹੁੰਦਾ ਹੈ। ਬਸ ਅੱਜ ਦੇ ਬਾਰੇ ਇੰਨਾ ਹੀ ਹੈ। ਇਹਦੇ ਵਿੱਚੋਂ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਆ ਬੇਟਾ, ਉਹ ਹੈਗੀ ਹੈ ਆਪਣੀ ਜਿਹੜੀ ਸੈਕੰਡਰੀ ਮੈਮਰੀ। ਤੇ ਸੈਕੰਡਰੀ ਮੈਮਰੀ ਤੋਂ ਬਾਅਦ ਹਾਰਡ ਡਿਸਕ ਕੀ ਹੁੰਦੀ ਹੈ, ਤੇ ਮੈਗਨੈਟਿਕ ਹੁੰਦੀ ਹੈ ਜਾਂ ਆਪਟੀਕਲ ਹੁੰਦੀ ਹੈ, ਕਪੈਸਿਟੀ ਕਿੰਨੀ ਹੁੰਦੀ ਹੈ ਇਹਦੀ। ਇਸ ਤੋਂ ਬਾਅਦ ਤੁਹਾਨੂੰ ਮੈਂ ਕਰਵਾਇਆ ਫਲੋਪੀ ਡਿਸਕ,
ਇਸ ਤੋਂ ਬਾਅਦ ਤੁਹਾਨੂੰ ਮੈਂ ਕਰਾਇਆ ਮੈਗਨੈਟਿਕ ਟੇਪ ਤੇ ਮੈਗਨੈਟਿਕ ਟੇਪ ਤੋਂ ਬਾਅਦ ਕਰਾਇਆ ਸੀਡੀ ਦੇ ਵਿੱਚ ਦੋ ਚੀਜ਼ਾਂ ਕਰਾਈਆਂ, CDR ਤੇ CDRW। ਇਸ ਤੋਂ ਬਾਅਦ DVD ਦੀ ਫੁੱਲ ਫਾਰਮ ਜੀ, ਤੇ ਇਹ ਗੀਗਾਬਾਈਟ ਦੇ ਵਿੱਚ ਹੁੰਦੀ ਹੈ। ਤਾਂ ਇਸ ਤੋਂ ਇਲਾਵਾ ਕਰਾਇਆ ਜੀ ਤੁਹਾਨੂੰ USB, ਠੀਕ ਹੈ। ਵੈਸੇ ਐਡਵਾਂਸ ਵਰਜ਼ਨ ਆ ਗਏ USB ਦੇ, ਅੱਗੇ 2.0 3.0, ਚਲੋ ਇੰਨਾ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ, ਪੰਜਾਬ ਪੁਲਿਸ ਦਾ ਲੈਵਲ ਇੰਨਾ ਜ਼ਿਆਦਾ ਨਹੀਂ ਆਊਗਾ, ਤਾਂ ਆਪਾਂ ਬਸ ਬੇਸਿਕ ਪੜਾਂਗੇ, ਠੀਕ ਹੈ ਜੀ। ਤਾਂ ਅੱਗੇ ਆਪਾਂ ਕੁਐਸਚਨ ਕਰਦੇ ਹਾਂ, ਦੇਖਦੇ ਹਾਂ ਤੁਹਾਨੂੰ ਕਿੰਨੇ ਕੁਐਸਚਨ ਆਉਂਦੇ ਆ, ਤੁਸੀਂ ਦੱਸਣਾ ਵੀ ਤੁਹਾਡੇ ਕਿੰਨੇ ਕੁਐਸਚਨ ਠੀਕ ਹੋਏ। ਪਹਿਲਾ ਕੁਐਸਚਨ ਕੀ ਆ, ਕਹਿੰਦਾ ਜਿਹੜੀ ਪ੍ਰਾਇਮਰੀ ਮੈਮਰੀ ਹੈਗੀ ਉਹਨੂੰ ਡੈਸ਼ ਵੀ ਕਿਹਾ ਜਾਂਦਾ ਹੈ। ਤਾਂ ਪ੍ਰਾਇਮਰੀ ਮੈਮਰੀ ਦਾ ਮਤਲਬ ਕੀ ਹੈ ਬੇਟਾ, ਮੇਨ ਮੈਮਰੀ, ਠੀਕ ਹੈ। ਮੇਨ ਮੈਮਰੀ ਜਿਹੜਾ ਮੈਂ ਕੱਲ ਕਰਵਾਇਆ ਸੀ ਤੁਹਾਨੂੰ, ਉਹਨੂੰ ਪ੍ਰਾਇਮਰੀ ਮੈਮਰੀ ਵੀ ਕਹਿ ਦਿੰਦੇ ਆ, ਮੇਨ ਮੈਮਰੀ ਵੀ ਕਹਿ ਦਿੰਦੇ ਆ, ਠੀਕ ਹੈ। ਤਾਂ ਕਹਿੰਦਾ ਇਹਨੂੰ ਕਹਿ ਦਿੰਦੇ ਆ ਇੰਟਰਨਲ ਮੈਮਰੀ, ਐਕਸਟਰਨਲ ਮੈਮਰੀ, ਫਿਜ਼ੀਕਲ ਮੈਮਰੀ, ਐਕਸਿਲਰੀ ਮੈਮਰੀ। ਤਾਂ ਬੇਟਾ ਜੀ ਐਕਸਟਰਨਲ ਮੈਮਰੀ ਕਿਹਨੂੰ ਕਹਿੰਦੇ ਆ, ਹਾਰਡ ਡਿਸਕ ਨੂੰ ਕਹਿੰਦੇ ਆ। ਆਕਸਿਲਰੀ ਮੈਮਰੀ ਵੀ ਕਿਹਨੂੰ ਕਹਿੰਦੇ ਆ, ਸੈਕੰਡਰੀ ਮੈਮਰੀ ਨੂੰ ਕਹਿੰਦੇ ਆ। ਫਿਜ਼ੀਕਲ ਮੈਮਰੀ ਵੀ ਕਿਹਨੂੰ ਕਹਿੰਦੇ ਆ, ਆਪਣਾ ਹਾਰਡ ਡਿਸਕ ਨੂੰ ਕਹਿੰਦੇ ਆ। ਤਾਂ ਇਹਨੂੰ ਕਹਿ ਦਿੰਦੇ ਆ ਇੰਟਰਨਲ ਮੈਮਰੀ। ਕੀ ਕਹਿ ਦਿੰਦੇ ਆ ਜੀ, ਇੰਟਰਨਲ ਮੈਮਰੀ ਕਹਿ ਦਿੰਦੇ ਆ। ਤਾਂ ਐਕਸਟਰਨਲ ਮੈਮਰੀ ਕਿਹਨੂੰ ਕਹਿੰਦੇ ਆ, ਹਾਰਡ ਡਿਸਕ ਨੂੰ ਕਹਿੰਦੇ ਆ, ਠੀਕ ਹੈ। ਤਾਂ ਇਹਦਾ ਰਾਈਟ ਆਨਸਰ ਕੀ ਆਊਗਾ, ਊੜਾ, ਮਤਲਬ ਫਸਟ ਆਨਸਰ ਆਊਗਾ। ਅੱਗੇ ਆ ਗਿਆ ਜੀ ਡੈਸ਼ ਮੈਮਰੀ ਰੀਡ ਓਨਲੀ ਮੈਮਰੀ ਨਹੀਂ ਹੁੰਦੀ। ਕਹਿੰਦਾ ਜਿਹੜਾ ਡੈਸ਼ ਹੈ ਮੈਮਰੀ ਰੀਡ ਓਨਲੀ ਮੈਮਰੀ ਨਹੀਂ ਹੁੰਦੀ। ਤਾਂ ਤੁਹਾਨੂੰ ਮੈਂ ਦੱਸਿਆ ਜਿਹੜੀ ਰੋਮ ਹੁੰਦੀ ਹੈ ਰੀਡ ਓਨਲੀ ਮੈਮਰੀ ਹੁੰਦੀ ਹੈ। ਅੱਗੇ ਰੋਮ ਦੀਆਂ ਕਿਸਮਾਂ ਹੁੰਦੀਆਂ, ਉਹ ਮੈਂ ਕਰਵਾਈਆਂ ਨਹੀਂ, ਮੈਂ ਕਰਵਾਉਂਗਾ। ਪੀ ਰੋਮ ਹੁੰਦਾ ਬੇਟਾ ਜੀ, EP ਰੋਮ ਹੁੰਦਾ, ਤੇ ਇੱਕ ਹੁੰਦਾ ਡਬਲ EP ਰੋਮ। ਇਹਦੀ ਫੁੱਲ ਫਾਰਮ ਯਾਦ ਰੱਖਣੀ ਹੈ। ਤਾਂ ਇਹਦੇ ਵਿੱਚ ਰੋਮ ਕੀ ਹੈ, ਰੀਡ ਓਨਲੀ ਮੈਮਰੀ ਹੈ। ਪੀ ਰੋਮ ਵੀ ਕੀ ਹੈ, ਰੀਡ ਓਨਲੀ ਮੈਮਰੀ, ਇਹ ਵੀ ਰੀਡ ਓਨਲੀ ਮੈਮਰੀ ਹੈ। ਪਰ ਜਿਹੜਾ ਰੈਮ ਹੁੰਦਾ ਬੇਟਾ ਇਹ ਰੀਡ ਓਨਲੀ ਨਹੀਂ ਹੈਗਾ, ਇਹ ਕੀ ਹੈ, ਰੀਡ ਤੇ ਰਾਈਟ। ਕਿਉਂਕਿ ਰੈਮ ਦੇ ਵਿੱਚ ਕੀ ਹੈ ਕਿ ਮੰਨ ਲਓ ਮੈਂ ਪਹਿਲਾਂ ਕੀ ਕੀਤਾ, ਇੱਕ ਫੋਟੋ ਖੋਲੀ, ਉਹ ਵੀ ਰੈਮ 'ਚ ਚਲੀ ਗਈ, ਬਾਅਦ 'ਚ ਮੈਂ ਗਾਣੇ ਲਗਾ ਲਏ, ਉਹ ਵੀ ਰੈਮ 'ਚ ਚਲੇ ਗਏ। ਕਹਿਣ ਦਾ ਭਾਵ ਕਿ ਡਾਟਾ ਇਹਦੇ ਵਿੱਚ ਰੀਡ ਵੀ ਕਰ ਸਕਦੇ ਹਾਂ ਆਪਾਂ, ਰਾਈਟ ਵੀ ਕਰ ਸਕਦੇ ਹਾਂ। ਮੰਨ ਲਓ ਮੈਂ ਟਾਈਪਿੰਗ ਕਰ ਰਿਹਾ, ਤਾਂ ਟਾਈਪਿੰਗ ਜਦੋਂ ਆਪਾਂ ਸੌਫਟਵੇਅਰ ਖੋਲਾਂਗੇ ਜਾਂ ਆਪਾਂ ਵਰਡ ਖੋਲਾਂਗੇ, ਉਹ ਵੀ ਰੈਮ 'ਚ ਖੁੱਲੂਗਾ। ਤਾਂ ਇਹ ਆਪਾਂ ਇਹਦੇ ਵਿੱਚ ਰਾਈਟ ਵੀ ਕਰ ਸਕਦੇ ਹਾਂ, ਰੀਡ ਵੀ ਕਰ ਸਕਦੇ ਹਾਂ। ਪਰ ਇਹਨੇ ਸਿਰਫ ਰੀਡ ਪੁੱਛਿਆ ਸੀਗਾ, ਤਾਂ ਇਹ ਨੋਟ ਵਾਲਾ ਪੁੱਛਿਆ। ਤਾਂ ਨੋਟ ਕਿਹੜਾ, ਰੈਮ ਕੀ ਹੋ ਜਾਊਗਾ, ਤੁਹਾਡਾ ਰਾਈਟ ਆਨਸਰ ਹੋ ਜਾਊਗਾ। ਅੱਗੇ ਆ ਗਿਆ ਜੀ, ਕਹਿੰਦਾ ਡੈਸ਼ ਇੱਕ ਪੋਰਟੇਬਲ ਸਟੋਰੇਜ ਡਿਵਾਈਸ ਨਹੀਂ ਹੈ ਪੁੱਛ ਰਿਹਾ। ਤਾਂ ਤੁਹਾਨੂੰ ਦੱਸਿਆ ਵੀ ਜਿਹੜੀ ਪੈਨ ਡਰਾਈਵ ਹੈਗੀ ਹੈ USB, ਇਹਨੂੰ ਤਾਂ ਆਪਾਂ ਜੇਬ 'ਚ ਪਾ ਕੇ ਕਿਤੇ ਵੀ ਲਿਜਾ ਸਕਦੇ ਹਾਂ। ਹਾਰਡ ਡਿਸਕ ਡਰਾਈਵ, ਠੀਕ ਹੈ, ਤੇ ਮੈਮਰੀ ਕਾਰਡ ਨੂੰ ਵੀ ਲੈ ਜਾਾਂਗੇ ਆਪਾਂ। ਐਕਸਟਰਨਲ ਹਾਰਡ ਡਿਸਕ ਜਿਹੜੀ ਮੈਂ ਤੁਹਾਨੂੰ ਕਰਾਈ ਸੀ USB ਦੇ ਨਾਲ ਅਟੈਚ ਹੋ ਜਾਂਦੀ ਹੈ, ਤਾਂ ਉਹਨੂੰ ਵੀ ਆਪਾਂ ਕਿਤੇ ਵੀ ਲਿਜਾ ਸਕਦੇ ਹਾਂ। ਪਰ ਜਿਹੜੀ ਹਾਰਡ ਡਿਸਕ ਡਰਾਈਵ ਹੁੰਦੀ ਹੈ, ਡਰਾਈਵ ਲਿਖਿਆ ਹੋਇਆ ਡਰਾਈਵ ਹੈ, ਠੀਕ ਹੈ, ਜਿਹੜੀ ਹਾਰਡ ਡਿਸਕ ਡਰਾਈਵ ਹੁੰਦੀ ਹੈ ਉਹਨੂੰ ਆਪਾਂ ਕੀ ਕਰ ਸਕਦੇ ਹਾਂ, ਕਿਤੇ ਲਿਜਾ ਨਹੀਂ ਸਕਦੇ, ਕਿਉਂਕਿ ਉਹ ਕੀ ਹੁੰਦੀ ਹੈ, ਕੰਪਿਊਟਰ ਦੇ ਵਿੱਚ ਫਿਕਸ ਹੁੰਦੀ ਹੈ। ਤਾਂ ਆਨਸਰ ਕੀ ਆ ਜਾਊਗਾ ਮੇਰਾ, ED ਆ ਜਾਊਗਾ। ਅੱਗੇ ਆ ਗਿਆ ਬੇਟਾ ਮੈਮਰੀ ਦੇ ਛੋਟੇ ਭਾਗਾਂ ਨੂੰ ਕੀ ਕਹਿੰਦੇ ਆ। ਚਲੋ ਇਹ ਮੈਂ ਕਰਵਾਇਆ ਨਹੀਂ, ਵੈਸੇ ਇਹਦਾ ਆਨਸਰ ਹੈਗਾ ਸੈੱਲ ਕਹਿ ਦਿੰਦੇ ਆ। ਨਾ ਤਾਂ ਇੰਟਰਸੈਕਸ਼ਨ ਕਹਿੰਦੇ ਆ, ਨਾ ਏਰੀਆ ਕਹਿੰਦੇ ਆ, ਇਹਨੂੰ ਕਹਿ ਦਿੰਦੇ ਆ ਸੈੱਲ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਇਹਨੂੰ ਨੋਟ ਕਰ ਲਿਓ। ਤੇ ਅੱਜ ਦਾ ਲਾਸਟ ਕੁਐਸਚਨ ਤੁਹਾਨੂੰ ਮੈਂ ਦੱਸ ਦਿੰਦਾ, ਇਹਦਾ ਆਨਸਰ ਤੁਸੀਂ ਕਰਨਾ, ਮੈਂ ਨਹੀਂ ਕਰਨਾ। USB ਦਾ ਮਤਲਬ ਕੀ ਹੈ ਤੁਸੀਂ ਆਨਸਰ ਕਰਨਾ ਕਮੈਂਟ ਬਾਕਸ ਦੇ ਵਿੱਚ, ਵੀ ਊੜਾ ਹੈ, ਆੜਾ, ED, ਸੱਸਾ, ਜਾਂ ਐ ਕਰ ਦਿਓ 1 2 3 4, ਠੀਕ ਹੈ। ਯੂਨੀਫਾਰਮ ਸਰਵਿਸ ਬੁੱਕ, ਯੂਨੀਵਰਸਲ ਸੀਰੀਅਲ ਬੱਸ, ਯੂਨੀਵਰਸਲ ਸਟਰੇ ਬੱਸ, ਯੂਨੀਫਾਰਮ ਸੀਰੀਅਲ ਬੱਸ। ਇਹਦਾ ਆਨਸਰ ਤੁਸੀਂ ਕਰਕੇ ਜਾਣਾ ਹੈ, ਕਿਉਂਕਿ ਫਿਰ ਪਤਾ ਚੱਲੂਗਾ ਨਾ ਮੈਨੂੰ ਧਿਆਨ ਦੇ ਨਾਲ ਕੌਣ ਵੀਡੀਓ ਦੇਖਦਾ ਹੈ। ਤੇ ਜੇ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਤੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਜੇ ਤੁਸੀਂ ਸਬਸਕ੍ਰਾਈਬ ਕਰਨਾ ਤਾਂ ਤੁਸੀਂ ਇਹਨੂੰ ਸਕੈਨ ਵੀ ਕਰ ਸਕਦੇ ਹੋ, ਡਾਇਰੈਕਟ ਤੁਸੀਂ ਮੇਰੇ ਚੈਨਲ ਤੇ ਪਹੁੰਚ ਜਾਓਗੇ। ਅਦਰਵਾਈਜ਼ ਤੁਸੀਂ ਨਾਮ ਲਿਖ ਲਿਓ ਪੋਜ਼ਿਟਿਵ ਵਾਈਬ ਪੰਜਾਬ, ਠੀਕ ਹੈ, ਪੋਜ਼ਿਟਿਵ ਵਾਈਬਸ ਪੰਜਾਬ ਲਿਖ ਕੇ ਕੀ ਕਰ ਲਓ, ਸਰਚ ਕਰ ਲਿਓ, ਠੀਕ ਹੈ। ਤੁਹਾਡਾ ਮੇਰਾ ਚੈਨਲ ਸਭ ਤੋਂ ਟੌਪ ਤੇ ਆ ਜਾਊਗਾ। ਇਹ ਟੈਲੀਗ੍ਰਾਮ ਲਿੰਕ ਹੈ, ਇਹਨੂੰ ਜੁਆਇਨ ਕਰ ਲਿਓ। WhatsApp ਤੇ ਗੱਲ ਕਰਨੀ ਆ ਤਾਂ ਤੁਸੀਂ ਮੇਰੇ ਨਾਲ WhatsApp ਤੇ ਵੀ ਗੱਲ ਕਰ ਸਕਦੇ ਹੋ, ਠੀਕ ਹੈ ਜੀ। ਤੇ ਬਾਕੀ ਆ ਨੰਬਰ ਆ ਮੇਰਾ, WhatsApp ਤੇ ਗੱਲ ਕਰਨੀ ਹੋਵੇ, ਕੋਈ ਜਾਣਕਾਰੀ ਲੈਣੀ ਹੋਵੇ ਤੁਸੀਂ ਲੈ ਸਕਦੇ ਆ। ਕਾਲ ਨਾ ਕਰਿਓ, WhatsApp ਕਰ ਲਿਓ, ਠੀਕ ਹੈ। ਤਾਂ ਧੰਨਵਾਦ, ਸ਼ੁਕਰੀਆ। ਆਪਾਂ ਕੱਲ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਬਾਬਾ ਮਿਹਰ ਕਰੇ, ਇਦਾਂ ਹੀ ਮਿਹਨਤਾਂ ਕਰਦੇ ਰਹੋ, ਤੁਹਾਡੀ ਮਿਹਨਤਾਂ ਨੂੰ ਫਲ ਪੈਣ। ਓਕੇ ਜੀ, ਧੰਨਵਾਦ। ਪੰਜਾਬੀ ਮਾਂ ਬੋਲੀ ਜਿੰਦਾਬਾਦ।